ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਗੱਲ ਕਰਾਂਗੇ ਕਲਾਉਜ਼ ਦੇ ਬਾਰੇ। ਕਲਾਉਜ਼ ਬੇਸਿਕਲੀ ਤੁਸੀਂ ਆਪਣੇ ਸਕੂਲ ਟਾਈਮ ਦੇ ਵਿੱਚ ਸੁਣਿਆ ਹੋਊਗਾ ਵੀ ਕਲਾਉਜ਼ ਕੀ ਹੁੰਦਾ ਜਾਂ ਸੈਂਟੈਂਸ ਕੀ ਹੁੰਦਾ। ਸੋ ਸਟੂਡੈਂਟਸ ਡੈਫੀਨਿਟਲੀ ਬਹੁਤ ਸਾਰੇ ਟੀਚਰਸ ਨੂੰ ਆਪਣੇ ਸਕੂਲ ਦੇ ਟਾਈਮ ਬਹੁਤ ਸਾਰੀਆਂ ਚੀਜ਼ਾਂ ਪਤਾ ਨਹੀਂ ਲੱਗੀਆਂ ਜਿਵੇਂ ਕਿ ਮੈਨੂੰ। ਸੋ ਇਸ ਕਰਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੇਰੀ ਕੋਸ਼ਿਸ਼ ਰਹੂਗੀ ਕਿ ਤੁਹਾਨੂੰ ਕਲਾਉਜ਼ ਦੇ ਬਾਰੇ ਹਰ ਬੇਸਿਕ ਤੋਂ ਲੈ ਕੇ ਐਡਵਾਂਸ ਜਾਣਕਾਰੀ ਜਿਹੜੀ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਾਂ। ਇਹ ਵੀਡੀਓ ਸਪੈਸ਼ਲ ਹੋਊਗੀ ਜਿਹੜੇ ਸਟੂਡੈਂਟਸ ਨੇ ਆਇਲਸ ਕਰਨੀ ਹੈ, ਜਿਹੜੇ ਸਟੂਡੈਂਟਸ 7 ਬੈਂਡ ਤੱਕ ਪਹੁੰਚਣਾ ਚਾਹੁੰਦੇ ਆ। ਉਸ ਤੋਂ ਇਲਾਵਾ ਜਿਹੜੇ ਸਟੂਡੈਂਟਸ ਕੰਪੀਟੀਟਿਵ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਦੇ ਆ, ਕੰਪੀਟੀਟਿਵ ਐਗਜ਼ਾਮ ਦੇ ਵਿੱਚ ਕਲਾਉਜ਼ ਤੋਂ ਡਿਫਰੈਂਟ ਕਾਈਂਡ ਆਫ ਕੁਐਸਚਨਸ ਜਿਹੜੇ ਆ ਪੁੱਛੇ ਜਾਂਦੇ ਆ। ਸੋ ਇਸ ਵੀਡੀਓ ਦੇ ਵਿੱਚ ਉਹ ਸਾਰਾ ਕੁਝ ਕਲੀਅਰ ਕਰਾਂਗੇ। ਸੋ ਸਟਾਰਟ ਕਰਦੇ ਆ। ਫਸਟ ਆਫ ਆਲ ਦੇਖਾਂਗੇ ਕਿ ਕਲਾਉਜ਼ ਹੁੰਦਾ ਕੀ ਐਕਚੁਅਲ ਦੇ ਵਿੱਚ, ਦੈਨ ਦੇਖਾਂਗੇ ਕਲਾਉਜ਼ ਦੀਆਂ ਟਾਈਪਸ ਕੀ ਹੈਗੀਆਂ ਤੇ ਕਿਵੇਂ ਉਹਨਾਂ ਨੂੰ ਯੂਜ਼ ਕਰਨਾ ਤੇ ਕਿਵੇਂ ਡਿਫਰੈਂਟ ਕਾਈਂਡ ਆਫ ਕਲਾਉਜ਼ਸ ਨੂੰ ਬਣਾਇਆ ਜਾਂਦਾ। ਸੋ ਸਟੂਡੈਂਟਸ ਟਾਈਮ ਨਹੀਂ ਵੇਸਟ ਕਰਦੇ, ਸਟਾਰਟ ਕਰਦੇ ਆ ਕਲਾਉਜ਼ ਦੇ ਨਾਲ। ਵੀਡੀਓ ਥੋੜੀ ਲੰਬੀ ਹੋ हाँ स्टूडेंट्स वीडियो थोड़ी लंबी हो सकती है, वीडियो ਨੂੰ एंड तक जरूर देख लियो। और अगर वीडियो चंगी लगी है तो बाद ਦੇ ਵਿੱਚ लाइक एंड शेयर एंड सब्सक्राइब करके जरूर जाना। सो ਹੁਣ ਆਪਾਂ ਸਟਾਰਟ ਕਰਦੇ ਹਾਂ ਕਲਾਉਜ਼ ਨੂੰ। ਸੋ ਫਸਟ ਆਫ ਆਲ ਦੇਖਾਂਗੇ ਐਕਚੁਅਲ ਦੇ ਵਿੱਚ ਇੱਕ ਕਲਾਉਜ਼ ਹੁੰਦਾ ਕੀ ਹੈ ਸਟੂਡੈਂਟਸ। is a clause is a group of words ਜਿਸ ਦੇ ਵਿੱਚ ਇੱਕ ਸਬਜੈਕਟ एंड एक वर्ब ਦਾ ਹੋਣਾ ਜ਼ਰੂਰੀ ਹੈ। ਸੋ ਸਟੂਡੈਂਟਸ ਇੱਕ ਸਬਜੈਕਟ ਕਲਾਉਜ਼ ਕੀ ਹੁੰਦਾ ਬੇਸਿਕਲੀ, ਕਲਾਉਜ਼ ਇਜ਼ ਅ ਗਰੁੱਪ ਆਫ ਵਰਡਸ। ਇੱਕ ਗਰੁੱਪ ਆਫ ਵਰਡਸ ਹੈਗਾ ਹੈ ਜਿਸ ਦੇ ਵਿੱਚ ਇੱਕ ਸਬਜੈਕਟ ਐਂਡ ਇੱਕ ਵਰਬ ਹੁੰਦਾ ਹੈ। ਸੋ ਸਬਜੈਕਟ ਐਂਡ ਵਰਬ ਨੂੰ ਤਾਂ ਤੁਸੀਂ ਸ਼ੁਰੂ ਤੋਂ ਦੇਖਦੇ ਹੁੰਦੇ ਆ ਵੀ ਸਬਜੈਕਟ ਐਂਡ ਵਰਬ ਜਿਹਦੇ ਵਿੱਚ ਹੁੰਦਾ that is called a sentence। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਸ ਚੀਜ਼ ਦੇ ਵਿੱਚ ਇੱਕ ਸਬਜੈਕਟ ਐਂਡ ਇੱਕ ਵਰਬ ਹੁੰਦਾ ਹੈ ਉਸ ਨੂੰ ਤਾਂ ਆਪਾਂ ਇੱਕ ਸੈਂਟੈਂਸ ਕਹਿੰਦੇ ਆ। ਹਾਂ ਬਿਲਕੁਲ ਉਸ ਨੂੰ ਹੀ ਸੈਂਟੈਂਸ ਹੀ ਕਹਿੰਦੇ ਆ ਤੇ ਉਹੀ ਸੈਂਟੈਂਸ ਨੂੰ ਐਕਚੁਅਲ ਦੇ ਵਿੱਚ ਕਲਾਉਜ਼ ਵੀ ਕਹਿੰਦੇ ਆ। ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਟੂਡੈਂਟਸ ਅਸੀਂ ਕਿਸੇ ਵੀ ਸੈਂਟੈਂਸ ਨੂੰ ਕਲਾਉਜ਼ ਕਹਿ ਦਾਂਗੇ। ਹਰ ਇੱਕ ਸੈਂਟੈਂਸ ਨੂੰ ਅਸੀਂ ਕਲਾਉਜ਼ ਨਹੀਂ ਕਹਿ ਸਕਦੇ ਆ। ਬਟ ਯੈਸ ਵੀ ਕੈਨ ਸੇ ਕਿ ਇੱਕ ਸੈਂਟੈਂਸ ਦੇ ਵਿੱਚ ਕਲਾਉਜ਼ ਹੋ ਸਕਦਾ ਹੈ। ਇਹਦਾ ਮਤਲਬ ਕਿ ਜਿਹੜਾ ਕਲਾਉਜ਼ ਆ ਸਟੂਡੈਂਟਸ ਇੱਕ ਵੀ ਹੋ ਸਕਦਾ ਇੱਕ ਸੈਂਟੈਂਸ ਦੇ ਵਿੱਚ और एक तो ज्यादा क्लाउज भी हो सकते हैं। स्टूडेंट्स लेने एक एग्जांपल ਆਪਾਂ ਕਿ ਕੀ ਹੁੰਦਾ ਐਕਚੁਅਲ ਦੇ ਵਿੱਚ। ਇੱਕ ਸੈਂਟੈਂਸ ਪਹਿਲਾਂ ਦੇਖ ਲਈਏ ਵੀ ਕੀ ਹੁੰਦਾ ਸੈਂਟੈਂਸ। ਸਟੂਡੈਂਟਸ ਮੈਂ ਕਿੱਥੇ ਲਿਖਦਾ ਹਾਂ ਜਿਵੇਂ ਆਪਾਂ ਕਹਿ ਦਈਏ ਕਿ ਮੋਬਾਈਲ is an integral part of our life। ਸੋ ਇੱਕ ਸੈਂਟੈਂਸ ਇੱਥੇ ਮੈਂ ਲਿਖਿਆ ਕਿ ਮੋਬਾਈਲ is an integral part of our life। ਇਸ ਸੈਂਟੈਂਸ ਦੇ ਵਿੱਚ ਸਟੂਡੈਂਟ ਸਾਡਾ ਜਿਹੜਾ ਸਬਜੈਕਟ ਹੈਗਾ ਉਹ ਹੈਗਾ ਮੋਬਾਈਲ ਐਂਡ ਇਸ ਜਿਹੜਾ ਹੈਗਾ ਸਾਡਾ ਉਹ ਹੈਗਾ ਵਰਬ। ਸੋ ਇਸ ਸੈਂਟੈਂਸ ਦੇ ਵਿੱਚ ਸਾਡਾ ਜਿਹੜਾ ਹੈਗਾ ਇੱਕ ਸਬਜੈਕਟ ਐਂਡ ਇੱਕ ਵਰਬ ਆ ਗਿਆ। ਸੋ ਇਸ ਨੂੰ ਆਪਾਂ ਇੱਕ ਸੈਂਟੈਂਸ ਕਹਿ ਦਵਾਂਗੇ। ਸੋ ਬੇਸਿਕਲੀ ਤਾਂ ਇਹ ਇੱਕ ਸੈਂਟੈਂਸ ਹੀ ਹੈਗਾ। ਬਟ ਇੱਕ ਸੈਂਟੈਂਸ ਦੇ ਵਿੱਚ ਜੇਕਰ ਮੈਂ ਲਿਖ ਦਵਾਂ ਬਟ ਯੂਜ਼ਿੰਗ ਮੋਬਾਈਲ ਇੱਕ ਮੈਂ ਇਹਦੇ ਵਿੱਚ ਸੈਂਟੈਂਸ ਹੋਰ ਲਿਖ ਦਿੱਤਾ ਬਟ ਯੂਜ਼ਿੰਗ ਮੋਬਾਈਲ ਅਨਨੈਸੈਸਰੀਲੀ ਕੈਨ ਬੀ ਡੇਂਜਰਸ ਫॉर ਹੈਲਥ। ਸੋ ਹੁਣ ਸਟੂਡੈਂਟਸ ਇਸ ਸੈਂਟੈਂਸ ਦੇ ਵਿੱਚ ਵੀ ਅਸੀਂ ਕੀ ਕੀਤਾ, ਇਸ ਸੈਂਟੈਂਸ ਦੇ ਵਿੱਚ ਵੀ ਮੈਂ ਜੇਰਨ ਨੂੰ ਐਜ਼ ਅ ਸਬਜੈਕਟ ਯੂਜ਼ ਕੀਤਾ ਯੂਜ਼ਿੰਗ ਮੋਬਾਈਲ ਨੂੰ ਐਂਡ ਕੈਨ ਮਾਡਲ ਪਲੱਸ B1 ਸਾਡਾ ਜਿਹੜਾ ਇੱਥੇ ਆ ਸਾਡੀ ਉਹ ਵਰਬ ਯੂਜ਼ ਹੋ ਗਿਆ। ਸੋ ਇਹਦੇ ਵਿੱਚ ਵੀ ਇੱਕ ਸੈਂਟੈਂਸ ਇੱਕ ਸਬਜੈਕਟ ਐਂਡ ਇੱਕ ਵਰਬ ਆਇਆ। ਇਹ ਵੀ ਸਾਡਾ ਇੱਕ ਸੈਂਟੈਂਸ ਬਣ ਗਿਆ। ਬਟ ਹੁਣ ਇੱਥੇ ਹੋਇਆ ਕੀ ਆ ਕਿ ਇਸ ਸੈਂਟੈਂਸ ਨੂੰ ਜੋੜ ਦਿੱਤਾ ਗਿਆ ਆ ਇੱਕ ਕੰਜੰਕਸ਼ਨ ਦੇ ਨਾਲ ਜਿਹੜੀ ਕਿ ਮੈਂ ਯੂਜ਼ ਕੀਤੀ ਆ ਬਟ। ਹੁਣ ਕੀ ਹੋਇਆ ਇੱਕ ਸਬਜੈਕਟ ਵਰਬ ਇੱਕ ਆ ਪਿਆ, ਇੱਕ ਸਬਜੈਕਟ ਵਰਬ ਆ ਪਿਆ। ਇਹ ਦੋਨੋਂ ਹੀ ਸੈਂਟੈਂਸਸ ਹੁਣ ਜਿਹੜੇ ਸੈਂਟੈਂਸ ਦੇ ਵਿੱਚ ਇੱਕ ਸਬਜੈਕਟ ਇੱਕ ਵਰਬ ਆ ਗਿਆ ਤੁਹਾਨੂੰ ਪਤਾ ਹੋਊਗਾ ਉਹ ਬਣ ਗਿਆ ਸੈਂਟੈਂਸ। ਹੁਣ ਇਸ ਸੈਂਟੈਂਸਸ ਨੂੰ ਜੋੜ ਦਿੱਤਾ ਇੱਕ ਕੰਜੰਕਸ਼ਨ ਨੇ। ਸੋ ਹੁਣ ਹੋਇਆ ਕੀ ਹੈ ਸਟੂਡੈਂਟਸ ਇਹ ਟੋਟਲ ਸਾਡਾ ਜਿਹੜਾ ਹੈਗਾ ਨਾ ਸਾਰਾ ਇਸ ਕੰਜੰਕਸ਼ਨ ਦੇ ਕਰਕੇ ਜਿਹੜੇ ਦੋ ਕੱਲੇ ਸੈਂਟੈਂਸ ਸੀਗੇ ਇਹ ਸੈਂਟੈਂਸ ਹੁਣ ਬਣ ਗਿਆ ਸਾਡਾ ਇੱਕ ਸੈਂਟੈਂਸ। ਬਟ ਅਗਰ ਪੁੱਛਿਆ ਜਾਵੇ ਇਸ ਸੈਂਟੈਂਸ ਦੇ ਵਿੱਚ ਤੁਸੀਂ ਕਹੋਗੇ ਕਿ ਇਸ ਸੈਂਟੈਂਸ ਦੇ ਵਿੱਚ ਇੱਕ ਸੈਂਟੈਂਸ ਕਿੱਦਾਂ ਹੈ ਤਾਂ ਦੋ ਸੈਂਟੈਂਸ ਆ। ਇੱਕ ਸੈਂਟੈਂਸ ਸਾਡਾ ਆਹ ਵਾਲਾ ਸੀਗਾ ਇੱਥੇ ਤੱਕ ਤੇ ਇੱਕ ਤੁਹਾਡਾ ਸੈਂਟੈਂਸ ਜਿਹੜਾ ਉਹ ਇੱਥੋਂ ਸਟਾਰਟ ਹੁੰਦਾ ਸੀਗਾ। ਯੈਸ ਹੁਣ ਕੀ ਹੋਇਆ ਸਟੂਡੈਂਟਸ ਕੰਜੰਕਸ਼ਨ ਦੇ ਨਾਲ ਇਹ ਜੁੜਨ ਦੇ ਕਰਕੇ ਇਹ ਸੈਂਟੈਂਸ ਦਾ ਇੱਕ ਬਣ ਗਿਆ। ਬਟ ਇਸ ਸੈਂਟੈਂਸ ਦੇ ਵਿੱਚ ਹੁਣ ਕੀ ਆ ਕਲਾਉਜ਼ ਜਿਹੜੇ ਆ ਉਹ ਦੋ ਹੋ ਗਏ।
ਦੋ ਕਲੌਜ਼ ਹੋ ਗਿਆ ਮੀਨਸ ਕਿ ਜਿਹੜੇ ਪਹਿਲਾਂ ਆਪਣੇ ਆਪ ਦੇ ਵਿੱਚ ਅਲੱਗ-ਅਲੱਗ ਸੈਂਟੈਂਸ ਸੀਗੇ ਉਹ ਹੁਣ ਬਣ ਗਿਆ ਕਲੌਜ਼। ਇਟ ਮੀਨਸ ਕੀ ਆ ਕਿ ਇੱਕ ਸੈਂਟੈਂਸ ਐਂਡ ਇੱਕ ਕਲੌਜ਼ ਦੇ ਵਿੱਚ ਕੁਝ ਖਾਸ ਡਿਫਰੈਂਸ ਨਹੀਂ ਹੈਗਾ, ਬਟ ਯੈਸ ਇੱਕ ਸੈਂਟੈਂਸ ਦੇ ਵਿੱਚ ਇੱਕ ਤੋਂ ਜ਼ਿਆਦਾ ਕਲੌਜ਼ ਹੋ ਸਕਦੇ ਆ ਜਿਹੜੇ ਸਾਡੀ ਰਾਈਟਿੰਗ ਨੂੰ, ਸਾਡੀ ਲੈਂਗੁਏਜ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾਉਂਦੇ ਆ। ਇਦਾਂ ਹੀ ਜਦੋਂ ਸਟੂਡੈਂਟਸ ਆਪਾਂ ਅਲੱਗ-ਅਲੱਗ ਕਲੌਜ਼ਸ ਇੱਕ ਸੈਂਟੈਂਸ ਦੇ ਵਿੱਚ ਪਾਉਂਦੇ ਜਾਵਾਂਗੇ, ਸਾਡੀ ਜਿਹੜੀ ਰਾਈਟਿੰਗ ਆ, ਸਾਡੀ ਜਿਹੜੀ ਵੈਰਾਈਟੀ ਆਫ ਸੈਂਟੈਂਸਸ ਉਹ ਵੱਧਦੀ ਜਾਊਗੀ। ਜਿਸ ਤਰ੍ਹਾਂ ਦਾ ਕਲੌਜ਼ ਅਸੀਂ ਪਾਵਾਂਗੇ ਉਸ ਤਰ੍ਹਾਂ ਦਾ ਸੈਂਟੈਂਸ ਬਣੂਗਾ। ਸੋ ਜਦੋਂ ਕਲੌਜ਼ਸ ਮਿਕਸ ਹੁੰਦੇ ਆ ਫਾਈਨਲੀ ਬਣਦੇ ਆ ਕੰਪਲੈਕਸ ਸੈਂਟੈਂਸਸ ਜਿਹੜੇ ਸਾਨੂੰ ਚਾਹੀਦੇ ਆ ਵਧੀਆ ਸਕੋਰ ਲੈਣ ਦੇ ਲਈ। ਸੋ ਸਟੂਡੈਂਟਸ ਇਹ ਸੀਗਾ ਬੇਸਿਕਲੀ ਸਾਡਾ ਕਿ ਕੀ ਹੁੰਦਾ ਇੱਕ ਕਲੌਜ਼। ਕਲੌਜ਼ just is a group of words which has a subject and a verb. It looks like a sentence, but not every sentence is a clause. Every single sentence is called a sentence, but when two sentences ਜਦੋਂ ਇੱਕ ਤੋਂ ਜ਼ਿਆਦਾ sentences ਨੂੰ ਆਪਸ ਦੇ ਵਿੱਚ ਜੋੜ ਕੇ ਇਕੱਠਿਆਂ ਲਿਖ ਦਿੱਤਾ ਜਾਂਦਾ ਤੇ ਉਹ ਟੋਟਲ ਇੱਕ sentence ਬਣ ਜਾਂਦਾ ਤੇ ਉਹਦੇ ਵਿੱਚ ਵਾਲੇ ਜਿਹੜੇ subject verb ਉਹਨੂੰ ਇਨਕਲੂਡ ਕਰਕੇ ਅਸੀਂ ਇੱਕ clause ਅਲੱਗ-ਅਲੱਗ clauses ਕਾਊਂਟ ਕਰ ਲਵਾਂਗੇ। ਸੋ ਜਿਵੇਂ ਇਸ ਤਰ੍ਹਾਂ ਇਹਦੇ ਵਿੱਚ ਦੋ clause ਹੈਗੇ ਆ। ਸੋ ਇਹ ਤਾਂ ਸੀਗਾ ਸਾਡਾ ਬੇਸਿਕਲੀ ਕਲੌਜ਼। ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਕਲੌਜ਼ ਕੀ ਹੈਗਾ। ਕਲੌਜ਼ ਦੀਆਂ ਸਟੂਡੈਂਟਸ ਦੋ ਟਾਈਪਸ ਹੈਗੀਆਂ, ਦੋ ਟਾਈਪਸ ਦੇ ਵਿੱਚ ਕਲੌਜ਼ ਨੂੰ ਡਿਵਾਈਡ ਕੀਤਾ ਗਿਆ। ਸਾਡੇ ਕੋਲ ਦੋ ਤਰ੍ਹਾਂ ਦੇ ਕਲੌਜ਼ ਹੋਣੇ ਆ ਜਿਹੜੇ ਅੱਗੇ ਜਾ ਕੇ ਆਪਾਂ ਪੜ੍ਹਨੇ ਆ। ਨੰਬਰ ਫਸਟ ਤੇ ਆਉਣਾ ਇੰਡੀਪੈਂਡੈਂਟ ਕਲੌਜ਼, ਤੇ ਨੰਬਰ 2 ਤੇ ਸਟੂਡੈਂਟ ਆਉਣਾ ਡਿਪੈਂਡੈਂਟ ਕਲੌਜ਼। ਡਿਪੈਂਡੈਂਟ ਕਲੌਜ਼ ਇਸ ਕਲੌਜ਼ ਨੂੰ ਸਟੂਡੈਂਟ ਮੇਨ ਕਲੌਜ਼ ਵੀ ਕਹਿ ਦਿੰਦੇ ਆ ਤੇ ਇਸ ਵਾਲੇ ਕਲੌਜ਼ ਨੂੰ ਤੁਸੀਂ ਪੜ੍ਹਿਆ ਹੋਊਗਾ ਸਬਆਰਡੀਨੇਟ ਕਲੌਜ਼ ਵੀ ਕਿਹਾ ਜਾਂਦਾ ਹੈ। ਸੋ ਅੱਗੇ ਮੈਂ ਹੁਣ ਇੱਥੋਂ ਸਟਾਰਟ ਕਰੂੰਗਾ ਕਿ ਸਾਡੇ ਜਿਹੜੀਆਂ ਇੰਡੀਪੈਂਡੈਂਟ ਕਲੌਜ਼ ਜਾਂ ਕਲੌਜ਼ ਦੀਆਂ ਜਿਹੜੀਆਂ ਦੋ ਟਾਈਪਸ ਹੈਗੀਆਂ ਇਹਨਾਂ ਨੂੰ ਕਿਵੇਂ ਆਇਡੈਂਟੀਫਾਈ ਕਰਨਾ। ਕਲੌਜ਼ ਮੈਂ ਤੁਹਾਨੂੰ ਦੱਸਿਆ ਸੀ ਦੋ ਤਰ੍ਹਾਂ ਦੇ ਹੋਣੇ ਆ। ਨੰਬਰ ਫਸਟ ਤੇ ਇੰਡੀਪੈਂਡੈਂਟ ਔਰ ਮੇਨ ਕਲੌਜ਼ ਐਂਡ ਨੰਬਰ ਸੈਕੰਡ ਤੇ ਡਿਪੈਂਡੈਂਟ ਔਰ ਸਬਆਰਡੀਨੇਟ ਕਲੌਜ਼। ਕੀ ਹੁੰਦੇ ਆ, ਇਹਨਾਂ ਦੀ ਡੈਫੀਨੇਸ਼ਨ ਕੀ ਆ। ਪਹਿਲਾਂ ਅਸੀਂ ਕਲੌਜ਼ ਦੇਖਿਆ ਸੀ, ਹੁਣ ਆਪਾਂ ਦੇਖਾਂਗੇ ਕਿ ਇੰਡੀਪੈਂਡੈਂਟ ਜਾਂ ਫਿਰ ਡਿਪੈਂਡੈਂਟ ਕਲੌਜ਼ ਕਿਹੜੇ ਹੈਗੇ ਆ। ਪਹਿਲਾਂ ਆਪਾਂ ਇੰਡੀਪੈਂਡੈਂਟ ਵਰਡ ਹੀ ਸਮਝ ਲੈਂਦੇ ਕਿ ਇੰਡੀਪੈਂਡੈਂਟ ਵਰਡ ਦਾ ਮੀਨਿੰਗ ਕੀ ਆ। ਤੁਹਾਨੂੰ ਪਤਾ ਕਿ ਇੰਡੀਪੈਂਡੈਂਟ ਚੀਜ਼ ਉਹ ਚੀਜ਼ ਹੁੰਦੀ ਆ ਜਿਹੜੀ ਕਿਸੇ ਦੇ ਹੋਰ ਦੇ ਉੱਤੇ ਡਿਪੈਂਡ ਨਹੀਂ ਹੁੰਦੀ। ਮੈਂ ਛੋਟੀ ਜਿਹੀ ਐਗਜ਼ਾਮਪਲ ਲੈਣਾ। ਸਾਡੀ ਫੈਮਿਲੀ ਦੇ ਵਿੱਚ ਸਾਡੇ ਪੇਰੈਂਟਸ ਜਿਹੜੇ ਆ ਇੰਡੀਪੈਂਡੈਂਟ ਹੁੰਦੇ ਆ ਬਿਕੋਜ਼ ਦੇ ਹੈਵ ਇਨਕਮ ਸੋਰਸ, they are not dependent on others, but ਅਸੀਂ as a children ਕਹਿ ਲਈਏ, ਅਸੀਂ ਅਗਰ ਉਹਨਾਂ ਦੇ ਬੱਚੇ ਕਹਿ ਲਈਏ ਤੇ we are always dependent on our parents। ਅਸੀਂ ਹਮੇਸ਼ਾ ਆਪਣੀਆਂ ਫਾਈਨੈਂਸ਼ੀਅਲ ਨੀਡਸ ਦੇ ਲਈ ਹਰ ਇੱਕ ਚੀਜ਼ ਦੇ ਲਈ ਅਸੀਂ ਡਿਪੈਂਡ ਹੁੰਦੇ ਆ ਆਪਣੇ ਪੇਰੈਂਟਸ ਦੇ ਉੱਤੇ। ਇਟ ਮੀਨਸ ਕੀ ਆ ਕਿ ਇੰਡੀਪੈਂਡੈਂਟ ਦਾ ਮਤਲਬ ਉਹ ਹੈਗਾ ਆ ਜਿਹਨੂੰ ਕਿਸੇ ਦੀ ਜ਼ਰੂਰਤ ਨਹੀਂ ਹੈਗੀ। ਇਮੋਸ਼ਨਲ ਨੂੰ ਛੱਡ ਕੇ ਅਗਰ ਆਪਾਂ ਗੱਲ ਕਰੀਏ ਵੀ ਉਹ ਆਪਣੇ ਆਪ ਦੇ ਵਿੱਚ ਨਿਰਭਰ ਹੈਗਾ ਆ, ਉਹ ਇਕੱਲਾ ਹੀ ਚੱਲ ਸਕਦਾ ਆ, ਉਹਨੂੰ ਕਿਸੇ ਹੋਰ ਦੀ ਜ਼ਰੂਰਤ ਨਹੀਂ ਹੈਗੀ। ਦੈਟ ਇਜ਼ ਕਾਲਡ ਇੰਡੀਪੈਂਡੈਂਟ। ਡਿਪੈਂਡੈਂਟ ਤੇ ਆਪਾਂ ਬਾਅਦ ਚ ਜਾਂਦੇ ਆ। ਬੇਸਿਕਲੀ ਤੁਹਾਨੂੰ ਇੱਥੋਂ ਸਮਝ ਲੱਗ ਗਿਆ ਹੋਊਗਾ ਕਿ ਇੰਡੀਪੈਂਡੈਂਟ ਡਿਪੈਂਡੈਂਟ ਹੋਣਾ ਕੀ ਆ। ਸੋ ਇੰਡੀਪੈਂਡੈਂਟ ਕਲੌਜ਼ਸ ਉਹ ਕਲੌਜ਼ਸ ਹੁੰਦੇ ਆ ਜਿਹੜੇ that can stand on their own, ਜਿਹੜੇ ਕਿ ਆਪਣੇ ਆਪ ਖੜ ਸਕਦੇ ਆ, ਜਿਹਨੂੰ ਕਿਸੇ ਹੋਰ ਦੀ ਜ਼ਰੂਰਤ ਨਹੀਂ ਹੈਗੀ। ਜਾਂ ਫਿਰ ਇਸ ਨੂੰ ਆਪਾਂ ਪੜ੍ਹ ਸਕਦੇ ਆ ਕਿ ਕਲੌਜ਼ਸ that can give their complete meaning, ਉਹ ਕਲੌਜ਼ ਜਿਹੜਾ ਆਪਣਾ ਮੀਨਿੰਗ ਕੰਪਲੀਟ ਦੇ ਸਕਦਾ ਹੈ ਬਿਨਾਂ ਕਿਸੇ ਹੋਰ ਦੀ ਹੈਲਪ ਦੇ। ਆਪਾਂ ਅਗਰ ਡਿਪੈਂਡੈਂਟ ਕਲੌਜ਼ ਨੂੰ ਦੇਖੀਏ ਤੇ ਡਿਪੈਂਡੈਂਟ ਕੀ ਆ, ਡਿਪੈਂਡੈਂਟ ਔਰ ਸਬਆਰਡੀਨੇਟ ਕਲੌਜ਼ਸ ਦੀ ਡੈਫੀਨੇਸ਼ਨ ਸੇਮ ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਇੱਕ ਐਗਜ਼ਾਮਪਲ ਲਈ ਸੀ ਕਿ ਜਿਵੇਂ ਪੇਰੈਂਟਸ ਸਾਡੇ ਹਮੇਸ਼ਾ ਇੰਡੀਪੈਂਡੈਂਟ ਹੁੰਦੇ ਆ, ਬਟ ਅਸੀਂ ਐਜ਼ ਅ ਚਿਲਡਰਨ ਉਹਨਾਂ ਦੇ ਆਫਸਪ੍ਰਿੰਗਸ we are dependent on them for everything। ਅਸੀਂ ਹਰ ਇੱਕ ਚੀਜ਼ ਦੇ ਲਈ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਆ। ਸੋ ਇਟ ਮੀਨਸ ਕੀ ਆ ਕਿ we are nothing without our parents। In the same way, a dependent clause is nothing without an independent clause। So ਇੱਕ dependent clause ਵੀ independent clause ਦੇ ਬਿਨਾ ਕੁਝ ਨਹੀਂ ਹੈਗਾ। ਇਸ ਨੂੰ ਵੀ ਹਮੇਸ਼ਾ ਸਪੋਰਟ ਚਾਹੀਦੀ ਹੈ ਕਿਹਦੀ, ਇਸ ਦੀ। ਬਟ ਇੰਡੀਪੈਂਡੈਂਟ ਕਲੌਜ਼ ਨੂੰ ਕਿਸੇ ਦੀ ਸਪੋਰਟ ਨਹੀਂ। ਜਿਵੇਂ ਕਿ ਸਾਡੇ ਪੇਰੈਂਟਸ ਨੂੰ ਕਿਸੇ ਦੀ ਸਪੋਰਟ ਨਹੀਂ ਹੈਗੀ, ਉਹ ਆਪਣੇ ਆਪ ਤੇ ਇੰਡੀਪੈਂਡੈਂਟ ਹੈਗੇ ਆਪਣੀ ਫਾਈਨੈਂਸ਼ੀਅਲ ਨੀਡਸ ਦੇ ਲਈ ਵੀ। ਸੋ ਡਿਪੈਂਡੈਂਟ ਔਰ ਸਬਆਰਡੀਨੇਟ ਕਲੌਜ਼ ਦੀ ਡੈਫੀਨੇਸ਼ਨ ਅਗਰ ਦੇਖਾਂ तो dependent clauses cannot stand on their own and give complete meaning। so dependent clauses ਜਿਹੜੇ ਆ ਉਹ ਆਪਣੇ ਆਪ ਸਟੈਂਡ ਨਹੀਂ ਕਰ ਸਕਦੇ ਐਂਡ ਆਪਣਾ ਕੰਪਲੀਟ ਮੀਨਿੰਗ ਨਹੀਂ ਦੇ ਸਕਦੇ ਬਿਕੋਜ਼ ਉਹਨਾਂ ਨੂੰ ਆਪਣਾ ਮੀਨਿੰਗ ਦੇਣ ਦੇ ਲਈ ਹਮੇਸ਼ਾ ਡਿਪੈਂਡ ਹੋਣਾ ਪੈਣਾ ਹੈ ਇੰਡੀਪੈਂਡੈਂਟ ਤੇ। ਇਹਦੇ ਨਾਲ ਇੱਕ ਇੰਡੀਪੈਂਡੈਂਟ ਕਲੌਜ਼ ਜੁੜੂਗਾ ਤਾਂ ਹੀ ਇਹਦਾ ਮੀਨਿੰਗ ਆਊਗਾ। ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਸਟੂਡੈਂਟ ਆਪਾਂ। ਫਸਟ ਮੈਂ ਇੱਕ ਇੰਡੀਪੈਂਡੈਂਟ ਕਲੌਜ਼ ਦੀ ਐਗਜ਼ਾਮਪਲ ਲੈ ਲਵਾਂ। pollution has become a major global concern। ਇਸ ਸੈਂਟੈਂਸ ਨੂੰ ਪੜ੍ਹ ਕੇ ਦੇਖੋ, ਵੀਡੀਓ ਪੌਜ਼ ਕਰ ਲਓ ਔਰ ਪੜ੍ਹ ਕੇ ਦੇਖੋ ਕਿ ਕੀ ਇਸ ਸੈਂਟੈਂਸ ਦਾ ਮੀਨਿੰਗ ਕੰਪਲੀਟ ਹੈਗਾ। ਇਹਦੇ ਵਿੱਚ ਸਬਜੈਕਟ ਐਂਡ ਵਰਬ ਸਾਡੇ ਆ ਯੂਜ਼ ਹੋਏ ਪਏ ਆ ਸਬਜੈਕਟ ਯੂਜ਼ ਹੈ ਹੈਲਪਿੰਗ ਔਰ ਪਲੱਸ ਵਰਬ ਦੀ ਥਰਡ ਫਾਰਮ। ਇਹਦਾ ਪੜ੍ਹ ਕੇ ਦੇਖੋ ਮੀਨਿੰਗ ਕੰਪਲੀਟ ਆ ਰਿਹਾ ਕਿ ਨਹੀਂ ਆ ਰਿਹਾ।
ਪੋਲਿਊਸ਼ਨ ਹੈਜ਼ ਬਿਕਮ ਅ ਮੇਜਰ ਗਲੋਬਲ ਕੰਸਰਨ, ਪੂਰੇ ਵਰਲਡ ਦੇ ਵਿੱਚ ਪੋਲਿਊਸ਼ਨ ਜਿਹੜੀ ਹੈ ਇੱਕ ਮੇਜਰ ਪ੍ਰੋਬਲਮ ਬਣ ਗਿਆ। ਸੈਂਟੈਂਸ ਕੰਪਲੀਟ ਸਟੈਂਡ ਕਰ ਸਕਦਾ ਹੈ ਆਪਣੇ ਆਪ, ਆਪਣਾ ਮੀਨਿੰਗ ਕੰਪਲੀਟ ਦੇ ਰਿਹਾ ਹੈ। ਸੇਮ ਇਸੇ ਤਰੀਕੇ ਨਾਲ ਯੂ ਕੈਨ ਰੀਡ ਦਿਸ ਸੈਂਟੈਂਸ, ਤੁਸੀਂ ਇਸ ਸੈਂਟੈਂਸ ਨੂੰ ਪੜ੍ਹ ਸਕਦੇ ਆ। ਸੈਂਟੈਂਸ ਕੰਪਲੀਟ ਹੈ, ਇਹਦੇ ਵਿੱਚ ਕੁਝ ਵੀ ਇਨਕੰਪਲੀਟ ਨਹੀਂ ਹੈਗਾ। ਇਟ ਮੀਨਸ ਇਟ ਇਜ਼ ਐਨ ਇੰਡੀਪੈਂਡੈਂਟ ਕਲੌਜ਼। ਨੈਕਸਟ ਆਈ ਵਿਲ ਮੀਟ ਯੂ, ਮੈਂ ਤੁਹਾਨੂੰ ਮਿਲਾਂਗਾ। ਇਟ ਮੀਨਸ ਕੀ ਹੈ, ਆਈ ਵਿਲ ਮੀਟ ਯੂ। ਇਜ਼ देयर एनीथिंग एल्स, ਕੁਝ ਵੀ ਹੋਰ ਨਹੀਂ ਬਚਿਆ ਸਟੂਡੈਂਟ, ਸਾਡਾ ਸੈਂਟੈਂਸ ਕਲੀਅਰ ਹੈ, ਸਾਡਾ ਮੀਨਿੰਗ ਸੈਂਟੈਂਸ ਦਾ ਕਲੀਅਰ ਹੈਗਾ ਆ। ਸੋ ਇਸ ਕਰਕੇ ਇਹ ਸਾਡੇ ਹੈਗੇ ਸਟੂਡੈਂਟਸ ਇੰਡੀਪੈਂਡੈਂਟ ਕਲੌਜ਼ਸ, ਇਹ ਆਪਣਾ ਮੀਨਿੰਗ ਖੁਦ ਦੇ ਰਹੇ ਆ, ਇਹਨਾਂ ਦਾ ਮੀਨਿੰਗ ਸੈਂਟੈਂਸਸ ਦਾ ਕੰਪਲੀਟ ਆ ਰਿਹਾ ਹੈ। ਔਨ ਦਾ ਅਦਰ ਹੈਂਡ ਇਫ ਵੀ ਟਾਕ ਅਬਾਊਟ ਦਾ ਡਿਪੈਂਡੈਂਟ ਕਲੌਜ਼ਸ, ਡਿਪੈਂਡੈਂਟ ਕਲੌਜ਼ਸ ਨੂੰ ਅਗਰ ਆਪਾਂ ਪੜਾਂਗੇ ਤਾਂ ਸਟੂਡੈਂਟਸ ਆਪਾਂ ਕੀ ਕਹਿ ਸਕਦੇ ਹਾਂ, ਬਿਕੋਜ਼ ਇਟਸ ਐਕਸਟ੍ਰੀਮਲੀ ਡੇਂਜਰਸ ਫॉर ਹਿਊਮਨ ਐਂਡ ਵਾਈਲਡ ਲਾਈਫ। ਵੀਡੀਓ ਰੋਕ ਲਓ, ਇਹ ਵੀ ਸੈਂਟੈਂਸ ਪੜੋ, ਤੁਹਾਨੂੰ ਆਪਣੇ ਆਪ ਪਤਾ ਲੱਗੂਗਾ, ਕਿਉਂਕਿ ਇਹ ਸਾਡੀ ਹਿਊਮਨ ਐਂਡ ਵਾਈਲਡ ਲਾਈਫ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੈ। ਕੀ ਖਤਰਨਾਕ ਹੈ, ਸੈਂਟੈਂਸ ਦਾ ਮੀਨਿੰਗ ਆ ਰਿਹਾ, ਬਿਕੋਜ਼ ਇੱਥੇ ਲੱਗਿਆ ਹੋਇਆ। ਸੋ ਸਟੂਡੈਂਟਸ ਤੁਸੀਂ ਆਪਣੇ ਆਪ ਸਮਝ ਸਕਦੇ ਕਿ ਇਹ ਸੈਂਟੈਂਸ ਦਾ ਮੀਨਿੰਗ ਕੰਪਲੀਟ ਨਹੀਂ ਆ ਰਿਹਾ, ਦੈਟ ਮੀਨਸ ਕਿ ਇਹਨੂੰ ਹਲੇ ਤੱਕ ਕਿਸੇ ਨਾ ਕਿਸੇ ਸੈਂਟੈਂਸ ਦੀ ਜ਼ਰੂਰਤ ਪੈਣੀ ਆ। ਸੋ ਇਸੇ ਤਰ੍ਹਾਂ ਸਟੂਡੈਂਟ ਇੱਕ ਹੋਰ ਸੈਂਟੈਂਸ ਮੈਂ ਲਿਖਿਆ ਹੋਇਆ, ਐਜ਼ ਯੂ ਆਰ ਲਿਟਰੇਟ, ਜਿਵੇਂ ਕਿ ਜਾਂ ਫਿਰ ਕਿਉਂਕਿ ਤੁਸੀਂ ਲਿਟਰੇਟ ਹੋ। ਇਹਨੂੰ ਪੜ੍ਹ ਕੇ ਦੇਖੋ, ਰੋਕ ਕੇ ਦੇਖ ਲਓ, ਕਿਉਂਕਿ ਤੁਸੀਂ ਲਿਟਰੇਟ ਹੋ, ਕੀ ਮੀਨਿੰਗ ਬਣਿਆ, ਕਿਉਂਕਿ ਤੁਸੀਂ ਲਿਟਰੇਟ ਹੋ, ਦੈਨ ਵਾਟ ਮੀਨਸ ਕੀ ਆ ਕਿ ਤੁਹਾਨੂੰ ਆਪਣੇ ਆਪ ਲੱਗੂਗਾ ਕਿ ਇਹ ਸੈਂਟੈਂਸ ਦਾ ਮੀਨਿੰਗ ਕੰਪਲੀਟ ਨਹੀਂ ਆ ਰਿਹਾ, ਕੁਛ ਨਾ ਕੁਛ ਚਾਹੀਦਾ ਵੀ ਜੇਕਰ ਆਪਾਂ ਲਿਟਰੇਟ ਹਾਂ ਤਾਂ ਦੈਨ ਵਾਟ ਕੀ ਹੋਊਗਾ, ਫਿਰ ਕੁਛ ਨਾ ਕੁਛ ਤਾਂ ਹੋਊਗਾ ਨਾ। ਸੋ ਇਸ ਤਰ੍ਹਾਂ ਇੱਕ ਹੋਰ ਕਲੌਜ਼, when you reach India, when you reach India, ਜਦੋਂ ਤੁਸੀਂ ਇੰਡੀਆ ਪਹੁੰਚਦੇ ਹੋ। what happens when you reach in India, ਜਦੋਂ ਤੁਸੀਂ ਇੰਡੀਆ ਪਹੁੰਚਦੇ ਕੀ ਹੁੰਦਾ ਫਿਰ। ਸੋ ਡੈਫੀਨਿਟਲੀ ਸਟੂਡੈਂਟਸ ਦਿਸ ਸੈਂਟੈਂਸ ਇਜ਼ ਆਲਸੋ ਇਨਕੰਪਲੀਟ ਇਨ ਇਟਸ ਓਨ, ਆਪਣੇ ਆਪ ਦੇ ਵਿੱਚ ਇਹ ਸੈਂਟੈਂਸ ਵੀ ਜਿਹੜਾ ਆ ਇਟਸੈਲਫ ਇਹ ਵੀ ਜਿਹੜਾ ਕੀ ਹੈਗਾ ਆ ਇਨਕੰਪਲੀਟ ਸੈਂਟੈਂਸ ਆ। ਬਟ ਹੁਣ ਆਪਾਂ ਡਿਫਰੈਂਸ ਦੇਖੀਏ ਸਟੂਡੈਂਟਸ, ਮੰਨ ਲਓ ਕਿ ਆਪਾਂ ਐਸ ਕਲੌਜ਼ ਨੂੰ ਤੇ ਐਸ ਕਲੌਜ਼ ਨੂੰ ਆਪਸ ਦੇ ਵਿੱਚ ਲਿੰਕ ਕਰ ਦਿੰਦੇ ਆ, ਐਗਜ਼ਾਮਪਲ ਲੈਂਦੇ ਆ, ਬਾਅਦ ਦੇ ਵਿੱਚ ਡਿਟੇਲ ਦੇ ਵਿੱਚ ਵੀ ਕਰਾਂਗੇ। Pollution has become a major global concern because it's extremely dangerous for human and wildlife. ਹੁਣ ਅਗਰ ਆਪਾਂ ਇਸ ਸੈਂਟੈਂਸ ਨੂੰ ਪੜ੍ਹ ਕੇ ਦੇਖੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਪੋਲਿਊਸ਼ਨ ਜਿਹੜਾ ਆ ਵਰਲਡ ਦੇ ਵਿੱਚ ਇੱਕ ਮੇਜਰ ਇੱਕ ਗਲੋਬਲ ਕੰਸਰਨ, ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ, ਕਿਉਂਕਿ ਇਹ ਬਹੁਤ ਜ਼ਿਆਦਾ ਖਤਰਨਾਕ ਹੈ ਹਿਊਮਨ ਐਂਡ ਵਾਈਲਡ ਲਾਈਫ ਦੇ ਲਈ, ਦੋਨਾਂ ਦੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਸੋ ਸਟੂਡੈਂਟਸ ਜਦੋਂ ਤੁਸੀਂ ਦੋਨਾਂ ਨੂੰ ਪੜ੍ਹਿਆ ਹੋਊਗਾ ਤੇ ਤੁਹਾਨੂੰ ਐਸ ਕਲੌਜ਼ ਦਾ ਮੀਨਿੰਗ ਵੀ ਮਿਲ ਗਿਆ ਹੋਊਗਾ ਵੀ ਕਿਹਦੇ ਲਈ ਯੂਜ਼ ਹੋਇਆ ਸੀਗਾ, ਇਹਦੇ ਲਈ ਯੂਜ਼ ਹੋਇਆ ਸੀ। ਐਸ ਕਲੌਜ਼ ਦਾ ਤਾਂ ਮੀਨਿੰਗ ਪਹਿਲੇ ਹੀ ਤੁਹਾਨੂੰ ਮਿਲਿਆ ਸੀ। ਇੰਡੀਪੈਂਡੈਂਟ ਕਲੌਜ਼ ਦਾ ਆਪਣਾ ਮੀਨਿੰਗ ਆਪ ਹੀ ਦੇ ਸਕਦਾ, ਉਹਨੂੰ ਤਾਂ ਕਿਸੇ ਦੀ ਜ਼ਰੂਰਤ ਹੀ ਨਹੀਂ ਹੈਗੀ। ਸੋ ਇਸੇ ਤਰੀਕੇ ਨਾਲ ਜਿਹੜਾ ਆਹ ਕਲੌਜ਼ ਸੀਗਾ ਇਹ ਇਕੱਲਾ ਆਪਣਾ ਮੀਨਿੰਗ ਨਹੀਂ ਦੇ ਸਕਦਾ, ਬਟ ਜਿੱਦਾਂ ਹੀ ਆਪਾਂ ਇਸ ਕਲੌਜ਼ ਨੂੰ ਇਸ ਕਲੌਜ਼ ਦੇ ਨਾਲ ਜੋੜਿਆ, ਦੋਨਾਂ ਦਾ ਮੀਨਿੰਗ ਜਿਹੜਾ ਆ ਇਹਦਾ ਮੀਨਿੰਗ ਸਪੈਸ਼ਲੀ ਕੰਪਲੀਟ ਆ ਗਿਆ ਵੀ ਇਹ ਕਿਹੜੀ ਚੀਜ਼ ਦੀ ਮੈਂ ਕਹਿ ਰਿਹਾ ਸੀਗਾ ਕਿ ਹਿਊਮਨ ਐਂਡ ਵਾਈਲਡ ਲਾਈਫ ਲਈ ਡੇਂਜਰਸ ਹੈਗੀ ਆ, ਪੋਲਿਊਸ਼ਨ ਨੂੰ ਕਹਿ ਰਿਹਾ ਸੀਗਾ। ਸੋ ਇਸ ਤਰੀਕੇ ਦੇ ਨਾਲ ਸਟੂਡੈਂਟ ਸਾਡਾ ਡਿਪੈਂਡੈਂਟ ਐਂਡ ਇੰਡੀਪੈਂਡੈਂਟ ਕਲੌਜ਼ਸ ਨੂੰ ਆਪਸ ਦੇ ਵਿੱਚ ਜੋੜ ਕੇ ਅਸੀਂ ਜੋ ਬਣਦਾ ਹੈ ਉਹ ਬਾਅਦ ਦੇ ਵਿੱਚ ਗੱਲ ਕਰਦੇ ਹਾਂ। ਨੈਕਸਟ, ਯੂ ਕੈਨ ਰੀਡ ਦਿਸ ਸੈਂਟੈਂਸ, ਕੰਪਲੀਟ ਮੀਨਿੰਗ ਸੀਗਾ ਐਜ਼ ਯੂ ਆਰ ਲਿਟਰੇਟ, ਤੁਸੀਂ ਇਸ ਸੈਂਟੈਂਸ ਨੂੰ ਪੜ੍ਹ ਸਕਦੇ ਆ ਕਿਉਂਕਿ ਤੁਸੀਂ ਪੜ੍ਹੇ ਲਿਖੇ ਹੋ, ਕਿਉਂਕਿ ਤੁਸੀਂ ਲਿਟਰੇਟ ਹੋ। ਸੋ ਹੁਣ ਦੇਖੋ ਤੁਸੀਂ ਐਸ ਸੈਂਟੈਂਸ ਦਾ ਮੀਨਿੰਗ ਆ ਗਿਆ ਐਜ਼ ਯੂ ਆਰ ਲਿਟਰੇਟ, ਕਿਉਂਕਿ ਤੁਸੀਂ ਪੜ੍ਹੇ ਲਿਖੇ ਹੋ। ਯੂ ਕੈਨ ਰੀਡ ਦਿਸ ਸੈਂਟੈਂਸ, ਤੁਸੀਂ ਇਹ ਸੈਂਟੈਂਸ ਪੜ੍ਹ ਸਕਦੇ ਹੋ। ਸੋ ਇਟ ਮੀਨਸ ਕੀ ਆ ਕਿ ਜਿਹੜਾ ਡਿਪੈਂਡੈਂਟ ਕਲੌਜ਼ ਸੀਗਾ ਉਹ ਇਹਦੇ ਨਾਲ ਜੁੜ ਕੇ ਆਪਣਾ ਕੰਪਲੀਟ ਮੀਨਿੰਗ ਦੇ ਗਿਆ ਆ। ਸੋ ਕੱਲਾ ਇਹ ਮੀਨਿੰਗ ਨਹੀਂ ਦੇ ਸਕਦਾ ਸੀਗਾ। ਇਸੇ ਤਰ੍ਹਾਂ ਲਾਸਟ, ਆਈ ਵਿਲ ਮੀਟ ਯੂ ਵੈਨ ਯੂ ਰੀਚ ਇੰਡੀਆ, ਮੈਂ ਤੁਹਾਨੂੰ ਮਿਲਾਂਗਾ ਜਦੋਂ ਤੁਸੀਂ ਇੰਡੀਆ ਪਹੁੰਚੋਗੇ, ਜਾਂ ਫਿਰ ਜਦੋਂ ਤੁਸੀਂ ਇੰਡੀਆ ਪਹੁੰਚੋਗੇ ਮੈਂ ਤੁਹਾਨੂੰ ਮਿਲੂੰਗਾ। ਦੋਨੋਂ ਸੈਂਟੈਂਸਸ ਨੂੰ ਆਪਸ ਦੇ ਵਿੱਚ ਜੋੜ ਕੇ ਦੇਖੋ, ਤੁਹਾਨੂੰ ਮੀਨਿੰਗ ਜਿਹੜਾ ਕੰਪਲੀਟ ਮਿਲ ਜੂਗਾ। ਸੋ ਸਟੂਡੈਂਟਸ ਇਹ ਹੈਗਾ ਬੇਸਿਕਲੀ ਡਿਫਰੈਂਸ ਕੀ ਆ ਕਿ ਇੰਡੀਪੈਂਡੈਂਟ ਕਲੌਜ਼ ਜਾਂ ਮੇਨ ਕਲੌਜ਼ ਸਾਡਾ ਐਂਡ ਡਿਪੈਂਡੈਂਟ ਕਲੌਜ਼। So dependent clauses always need an independent clause to give their complete meaning. So ਅਗਰ ਸਟੂਡੈਂਟਸ ਹੁਣ ਜਿਹੜੇ ਆਪਾਂ ਸੈਂਟੈਂਸ ਕੰਬਾਈਨ ਕਰਕੇ ਬਣਾਏ ਸੀਗੇ, ਇਹਨਾਂ ਸੈਂਟੈਂਸਸ ਦੀ ਮੈਂ ਗੱਲ ਕਰਾਂ ਤੇ ਸਾਡਾ ਇੱਕ ਇੰਡੀਪੈਂਡੈਂਟ ਐਂਡ ਡਿਪੈਂਡੈਂਟ ਕਲੌਜ਼ ਜਦੋਂ ਵੀ ਜੁੜਦਾ ਨਾ ਸਟੂਡੈਂਟਸ, ਉਦੋਂ ਸਾਡਾ ਸੈਂਟੈਂਸ ਬਣਦਾ ਆ ਕੰਪਲੈਕਸ ਸੈਂਟੈਂਸਸ। ਸਟੂਡੈਂਟਸ ਹਮੇਸ਼ਾ ਦੇਖਦੇ ਨੇ ਵੀ ਕਿੱਦਾਂ ਬਣਾਈਏ, ਇਸ ਦੀ ਰਾਈਟਿੰਗ ਕਿੱਦਾਂ ਇੰਪਰੂਵ ਕਰੀਏ, ਰੀਡਿੰਗ ਨੂੰ ਕਿੱਦਾਂ ਇੰਪਰੂਵ ਕਰੀਏ। ਆਹ ਹੈ ਉਹ ਸਟੂਡੈਂਟ ਚੀਜ਼ ਜਿਹੜੀ ਤੁਹਾਡੀ ਰਾਈਟਿੰਗ ਐਸ ਵੈਲ ਐਸ ਰੀਡਿੰਗ ਤੇ ਤੁਹਾਡਾ ਸਪੀਕਿੰਗ ਦੇ ਵਿੱਚ ਸਕੋਰ ਇੰਪਰੂਵ ਨਹੀਂ ਹੋਣ ਦਿੰਦੀ। ਇਹੀ ਉਹ ਚੀਜ਼ ਹੈ ਜਿਹੜੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ ਵੀ ਇਹਦੇ ਵਿੱਚੋਂ ਡਿਪੈਂਡੈਂਟ ਕਲੌਜ਼ ਆਇਡੈਂਟੀਫਾਈ ਕਰੋ, ਇਹਦੇ ਵਿੱਚੋਂ ਇੰਡੀਪੈਂਡੈਂਟ ਕਲੌਜ਼ ਆਇਡੈਂਟੀਫਾਈ ਕਰੋ, ਜਾਂ ਇਹਦੇ ਵਿੱਚ ਕੰਜੰਕਸ਼ਨ ਕਿਹੜੀ ਲੱਗੀ ਆ। ਸੋ ਉਹ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ। ਸੋ ਸਟੂਡੈਂਟਸ ਇਹ ਸਾਰੇ ਦੇ ਸਾਰੇ ਜਦੋਂ ਆਪਾਂ ਜੋੜਦੇ ਆ ਦੋਨੋਂ ਆਪਸ ਦੇ ਵਿੱਚ ਕੰਪਲੈਕਸ ਸੈਂਟੈਂਸ ਬਣਦੇ ਆ। ਹੁਣ ਮੇਨ ਚੀਜ਼ ਦਾ ਡਿਫਰੈਂਸ ਜਿਹੜਾ ਹੈਗਾ ਕਿ ਇੱਕ ਡਿਪੈਂਡੈਂਟ ਕਲੌਜ਼ ਨੂੰ ਬਣਾਇਆ ਕਿੱਦਾਂ ਜਾਂਦਾ। ਸਟੂਡੈਂਟ ਡਿਪੈਂਡੈਂਟ ਕਲੌਜ਼ਸ ਨੂੰ ਬਣਾਉਣ ਦੇ ਲਈ ਸਾਨੂੰ ਚਾਹੀਦੀਆਂ ਹੈਗੀਆਂ ਕੰਜੰਕਸ਼ਨਸ। ਇਸ ਤਰ੍ਹਾਂ ਦੀਆਂ ਕੰਜੰਕਸ਼ਨਸ ਨੂੰ ਸਟੱਡੀ ਕਰਨਾ ਪੈਣਾ। ਇੰਡੀਪੈਂਡੈਂਟ ਕਲੌਜ਼
ਇੱਕੋ ਇੱਕ ਆਪਣੇ ਆਪ ਦੇ ਵਿੱਚ ਇਹਦੀ ਕੋਈ ਟਾਈਪ ਨਹੀਂ ਹੈਗੀ, ਬਟ ਡਿਪੈਂਡੈਂਟ ਕਲੌਜ਼ ਦੀਆਂ ਨੈਕਸਟ ਸਾਡੇ ਕੋਲ ਸਟੂਡੈਂਟਸ ਤਿੰਨ ਟਾਈਪਸ ਹੋਣੀਆਂ। ਕਿਹੜੀਆਂ ਤਿੰਨ ਟਾਈਪਸ ਆ ਦੇਖਦੇ ਹਾਂ ਫਿਰ। ਸੋ ਲਓ ਜੀ, ਹੁਣ ਸਾਡੇ ਕੋਲ ਆ ਗਈਆਂ ਡਿਪੈਂਡੈਂਟ ਕਲੌਜ਼ ਦੀਆਂ। ਮੈਂ ਤੁਹਾਨੂੰ ਪਿੱਛੇ ਦੱਸ ਗਿਆ ਕਿ ਸਾਡੇ ਕੋਲ 3 ਟਾਈਪਸ ਹੈਗੀਆਂ, ਔਰ ਉਹਨਾਂ 3 ਟਾਈਪਸ ਨੂੰ ਹੁਣ ਆਪਾਂ 1 ਬਾਈ 1 ਦੇਖਾਂਗੇ ਵੀ ਕੀ ਹੈਗੀਆਂ, ਕਿਵੇਂ ਆਇਡੈਂਟੀਫਾਈ ਕਰਾਂਗੇ, ਕਿਵੇਂ ਇਹਨਾਂ ਨੂੰ ਬਣਾਵਾਂਗੇ। ਸੋ ਸਟੂਡੈਂਟਸ, ਫਸਟ ਆਫ ਆਲ ਹੈਵ ਅ ਲੁੱਕ ਐਟ the 3 types of the dependent clauses. Number first, it's adjective clauses. Number second, noun clause, and number third is adverb clause. ਕੀ ਹੈਗੀਆਂ, how we have to use them, first ਦੇਖਦੇ ਹਾਂ ਸਟੂਡੈਂਟਸ। ਸੋ ਫਸਟ ਆਫ ਆਲ ਸਟੂਡੈਂਟ ਆਪਾਂ ਦੇਖਾਂਗੇ ਐਡਜੈਕਟਿਵ ਕਲੌਜ਼ ਨੂੰ, ਕਿ ਐਡਜੈਕਟਿਵ ਕਲੌਜ਼ ਕੀ ਆ, ਕਿਵੇਂ ਇਹਨੂੰ ਯੂਜ਼ ਕਰਨਾ। ਐਡਜੈਕਟਿਵ ਕਲੌਜ਼ ਨੂੰ ਸਮਝਣ ਤੋਂ ਪਹਿਲਾਂ ਕਲੌਜ਼ ਤੁਸੀਂ ਹੁਣ ਜਾਣਦੇ ਆ ਕਿ ਕਲੌਜ਼ ਬੇਸਿਕਲੀ ਜਿਹਦੇ ਵਿੱਚ ਇੱਕ ਸਬਜੈਕਟ ਐਂਡ ਇੱਕ ਵਰਬ ਹੋਊਗਾ, ਉਹ ਸਾਡਾ ਕਲੌਜ਼ ਬਣੂਗਾ। ਬਟ ਕਲੌਜ਼ ਨੂੰ ਸਮਝਣ ਤੋਂ ਪਹਿਲਾਂ ਜਾਂ ਐਡਜੈਕਟਿਵ ਕਲੌਜ਼ ਨੂੰ ਸਮਝਣ ਤੋਂ ਪਹਿਲਾਂ ਥੋੜੀ ਜਿਹੀ ਆਪਾਂ ਦੇਖ ਲਈਏ ਐਡਜੈਕਟਿਵ ਕੀ ਹੁੰਦਾ। ਐਡਜੈਕਟਿਵਸ ਆਰ ਯੂਜ਼ਡ ਟੂ ਗਿਵ ਐਕਸਟਰਾ ਇਨਫੋਰਮੇਸ਼ਨ ਅਬਾਊਟ ਨਾਊਨ ਔਰ ਪ੍ਰੋਨਾਉਂਸ। ਫॉर ਐਗਜ਼ਾਮਪਲ, ਜਿਵੇਂ ਮੈਂ ਇੱਥੇ ਲਿਖ ਦਵਾਂ ਵਾਈਟ, ਅਗਰ ਆਪਾਂ ਲਿਖ ਦਈਏ ਇੱਥੇ ਗੁੱਡ, ਮੈਂ 2 ਵਰਡ ਲਿਖ ਦਿੱਤੇ ਇੱਥੇ, ਬਟ ਇਹ 2 ਵਰਡ ਨੂੰ ਅਗਰ ਮੈਂ ਬੋਲਾਂ ਵਾਈਟ, ਤੁਸੀਂ ਮੈਨੂੰ ਪੁੱਛੋਗੇ ਕੀ ਵਾਈਟ, ਤੁਹਾਨੂੰ ਕਦੀ ਵੀ ਮੀਨਿੰਗ ਕਲੀਅਰ ਨਹੀਂ ਹੋਊਗਾ। अगर मैं पूछूंगा, मैं बोलूंगा गुड, तुम पूछोगे गुड की है, तो कुछ मीनिंग क्लियर नहीं होगा। सो अगर ये अगर मैं लिख दवा कि वाइट बोर्ड एंड गुड दे नाल आपां लिख दईए गुड स्टूडेंट, ते हुण की होगा स्टूडेंट्स, तुहानूं इन्हां दोनों ही वर्ड्स दे मीनिंग क्लियर हो जाणगे कि मैं कहना की चाहुंदा सीगा। सो वाइट दा मतलब कि वाइट बोर्ड, गुड मींस की गुड स्टूडेंट्स। सो जेडे बोर्ड आ जां साडे स्टूडेंट आ, ये दोनों की हैगे स्टूडेंट्स, ਇਹ ਤਾਂ ਹੈਗੇ ਦੋਨੋਂ ਨਾਉਨ, ਕਿਸੇ ਨਾ ਕਿਸੇ ਚੀਜ਼ ਦੇ ਨਾਮ ਆ। ਬਟ ਆ ਜਿਹੜੇ 2 ਵਰਡ ਆ, ਇਹ ਕੀ ਕਰਦੇ ਪਏ ਆ, ਇਹ ਇਸ ਨਾਉਨ ਦੇ ਬਾਰੇ ਸਾਨੂੰ ਕੁਝ ਨਾ ਕੁਝ ਐਕਸਟਰਾ ਇਨਫੋਰਮੇਸ਼ਨ ਦੇ ਰਹੇ ਆ, ਔਰ ਉਹ ਐਕਸਟਰਾ ਇਨਫੋਰਮੇਸ਼ਨ ਦੇਣ ਵਾਲੀ ਚੀਜ਼ ਨੂੰ, ਜਿਹੜੀ ਕਿਸੇ ਨਾਉਨ ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦਿੰਦੀ ਹੈ, ਇੰਗਲਿਸ਼ ਦੇ ਵਿੱਚ ਉਹਨੂੰ ਕੀ ਕਿਹਾ ਜਾਂਦਾ, ਐਡਜੈਕਟਿਵ। ਇਟ ਮੀਨਸ ਕਿ ਇਹ ਜਿਹੜੇ ਦੋਨੋਂ ਵਰਡ ਸੀਗੇ, ਇਹ ਸਟੂਡੈਂਟ ਸੀਗੇ ਸਾਡੇ ਐਡਜੈਕਟਿਵਸ। ਸੋ ਐਡਜੈਕਟਿਵਸ ਬੇਸਿਕਲੀ ਕੀ ਕਰਦੇ ਆ, ਦੇ ਗਿਵ ਐਕਸਟਰਾ ਇਨਫੋਰਮੇਸ਼ਨ ਅਬਾਊਟ ਆ ਨਾउन, ਕਿਸੇ ਨਾउन ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦਿੰਦੇ ਆ। ਬਟ ਯੂ نو ਕਿ ਇਹ ਤਾਂ ਇੱਕ ਸਿੰਗਲ ਵਰਡ ਦਾ ਕਲੌਜ਼ ਨਹੀਂ ਹੋ ਸਕਦਾ, ਬਿਕੋਜ਼ ਕਲੌਜ਼ ਇੱਕ ਸਬਜੈਕਟ ਐਂਡ ਇੱਕ ਵਰਬ ਹੁੰਦਾ। ਸੋ ਇਟ ਮੀਨਸ ਕੀ ਆ ਕਿ ਆ ਜਿਹੜੀ ਐਕਸਟਰਾ ਇਨਫੋਰਮੇਸ਼ਨ ਆਪਾਂ ਨਾउन ਦੇ ਬਾਰੇ ਦੇ ਰਹੇ ਆ ਨਾ, ਇਹ ਸੈਂਟੈਂਸ ਦੇ ਰੂਪ ਦੇ ਵਿੱਚ ਜਦੋਂ ਆਪਾਂ ਯੂਜ਼ ਕਰਕੇ ਕਿਸੇ ਐਡਜੈਕਟਿਵ ਨੂੰ ਐਜ਼ ਅ ਕਲੌਜ਼ ਬਣਾ ਕੇ ਯੂਜ਼ ਕਰਾਂਗੇ, ਤੇ ਫਿਰ ਸਾਡਾ ਸਟੂਡੈਂਟ ਉਹ ਬਣ ਜਾਣਾ ਐਡਜੈਕਟਿਵ ਕਲੌਜ਼। ਉਹਦੀ ਹੁਣ ਐਗਜ਼ਾਮਪਲ ਲੈਣਾ ਮੈਂ ਕਿਵੇਂ, ਜਿਵੇਂ ਕਿ ਅਗਰ ਆਪਾਂ ਇੱਕ ਸੈਂਟੈਂਸ ਲਿਖ ਲਈਏ ਇੱਥੇ ਕਿ the person who is on the stage is my friend। so ਇਹ ਸੈਂਟੈਂਸ ਨੂੰ ਅਗਰ ਆਪਾਂ ਪੜ੍ਹੀਏ ਤਾਂ ਸਟੂਡੈਂਟ ਸਾਡਾ ਬੇਸਿਕਲੀ ਸਬਜੈਕਟ ਜਿਹੜਾ ਹੈਗਾ ਉਹ ਹੈਗਾ ਪਰਸਨ, ਸਬਜੈਕਟ। the person who is on the stage is my friend। अगर स्टूडेंट ਆਪਾਂ ਇੰਨਾ ਹੀ ਪੜ੍ਹੀਏ ਕਿ the person is my friend, ਤੇ ਤੁਹਾਨੂੰ ਮੀਨਿੰਗ ਕਲੀਅਰ ਨਹੀਂ ਹੋਣਾ ਕਿ ਮੈਂ ਕਿਹੜੇ ਪਰਸਨ ਦੀ ਗੱਲ ਕਰਦਾ ਪਿਆ। ਮੈਂ ਕਹੂੰਗਾ ਕਿ the person is my friend, ਤੁਸੀਂ ਪੁੱਛੋਗੇ ਕਿਹੜੇ ਫਰੈਂਡ, ਕਿਹੜਾ ਤੇਰਾ ਫਰੈਂਡ ਆ, ਮੈਨੂੰ ਕੀ ਪਤਾ ਲੱਗਿਆ। ਇਟ ਮੀਨਸ ਕਿ ਇਹਦੇ ਲਈ ਮੈਂ ਇੱਕ ਐਕਸਟਰਾ ਕਲੌਜ਼ ਲਗਾਇਆ ਇੱਥੇ who ਦੇ ਨਾਲ, ਜਿਹੜਾ ਮੈਨੂੰ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ ਇਸ ਪਰਸਨ ਦੇ ਬਾਰੇ ਕਿ ਕਿਹੜਾ ਪਰਸਨ ਮੇਰਾ ਫਰੈਂਡ ਆ। who is on the stage, it means ਕਿ we are sitting in front of a stage, ਅਸੀਂ ਇੱਕ ਸਟੇਜ ਦੇ ਸਾਹਮਣੇ ਬੈਠੇ ਆ, ਔਰ ਮੈਂ ਉੱਥੇ ਆਪਣੇ ਨਾਲ ਦੇ ਨੂੰ ਦੱਸ ਰਿਹਾ ਆ ਕਿ ਜਿਹੜਾ ਪਰਸਨ ਸਟੇਜ ਤੇ ਆ ਉਹ ਮੇਰਾ ਫਰੈਂਡ ਹੈਗਾ। ਸੋ ਸਟੂਡੈਂਟ ਦੇਖੋ ਤੁਸੀਂ ਕਿ ਆ ਜਿਹੜਾ ਕਲੌਜ਼ ਹੈ ਇਹ ਸਾਨੂੰ ਇਸ ਪਰਸਨ ਦੇ ਬਾਰੇ, ਇਸ ਨਾउन ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ, ਬਟ ਇਟ ਇਜ਼ ਨਾਟ ਅ ਸਿੰਗਲ ਵਰਡ ਲਾਈਕ ਇਟ। ਇਹ ਇੱਕ ਸਿੰਗਲ ਵਰਡ ਨਹੀਂ ਹੈਗਾ, ਇਹ ਇੱਕ ਕਲੌਜ਼ ਦੇ ਰੂਪ ਦੇ ਵਿੱਚ ਆਇਆ, ਬਿਕੋਜ਼ ਹੂ ਜਿਹੜਾ ਹੈ ਨਾ ਸਟੂਡੈਂਟ ਉਹ ਇੱਥੇ ਐਜ਼ ਅ ਸਬਜੈਕਟ ਕੰਮ ਕਰਦਾ ਪਿਆ, ਇਜ਼ ਜਿਹੜਾ ਐਜ਼ ਅ ਵਰਬ ਕੰਮ ਕਰਦਾ ਪਿਆ। ਬਟ ਮੇਰਾ ਜਿਹੜਾ ਮੇਨ ਕਲੌਜ਼ ਸੀਗਾ ਉਹ ਸੀਗਾ ਮੇਰਾ ਸਬਜੈਕਟ ਐਂਡ ਇਹਦਾ ਆ ਜਿਹੜਾ ਵਰਬ ਯੂਜ਼ ਹੋਇਆ ਪਿਆ। ਸੋ ਆ ਜਿਹੜਾ ਕਲੌਜ਼ ਆ ਸਟੂਡੈਂਟ ਇਕੱਲਾ ਆਪਣਾ ਮੀਨਿੰਗ ਨਹੀਂ ਦੇ ਸਕਦਾ, ਇਹਨੂੰ ਆਪਣਾ ਮੀਨਿੰਗ ਦੇਣ ਲਈ ਇਹਦੇ ਉੱਤੇ ਡਿਪੈਂਡ ਹੋਣਾ ਪੈਣਾ। ਸੋ ਦਿਸ ਇਜ਼ ਕਾਲਡ ਐਡਜੈਕਟਿਵ ਕਲੌਜ਼। ਹੋਪ ਆ ਕਿ ਤੁਹਾਨੂੰ ਸਮਝ ਲੱਗ ਰਹੀ ਹੋਊਗੀ ਕਿ ਐਡਜੈਕਟਿਵ ਕਲੌਜ਼ ਕੀ ਹੁੰਦੇ ਆ। ਸੋ ਐਡਜੈਕਟਿਵ ਕਲੌਜ਼ ਬੇਸਿਕਲੀ ਗਿਵ ਇਨਫੋਰਮੇਸ਼ਨ ਅਬਾਊਟ ਅ ਨਾउन ਔਰ ਪ੍ਰੋਨਾउन ਇਨ ਅ ਸੈਂਟੈਂਸ। ਸੋ ਇਹ ਸਟੂਡੈਂਟਸ ਦੋਨੋਂ ਜੁੜ ਕੇ ਇੱਕ ਕੰਪਲੈਕਸ ਸੈਂਟੈਂਸ ਬਣ ਗਿਆ। ਇਸ ਤਰੀਕੇ ਦੇ ਕੰਪਲੈਕਸ ਸੈਂਟੈਂਸ ਜਿਹੜੇ ਸਟੂਡੈਂਟ ਆਇਲਸ ਦੇ ਵਿੱਚ ਰੀਡਿੰਗ ਕਰਦੇ ਆ ਉਹ ਤਾਂ ਇਹਨਾਂ ਸੈਂਟੈਂਸਸ ਤੋਂ ਕਾਫੀ ਵਾਕਿਫ ਆ ਵੀ ਕਿਦਾਂ ਇਸ ਤਰ੍ਹਾਂ ਦੇ ਸਟੂਡੈਂਟ ਸੈਂਟੈਂਸ ਸਾਨੂੰ ਰੀਡਿੰਗ ਦੇ ਵਿੱਚ ਦੇਖਣ ਨੂੰ ਮਿਲਦੇ ਆ। ਨੀਚੇ ਇੱਕ ਐਗਜ਼ਾਮਪਲ ਵੀ ਮੈਂ ਦੇਖੀ ਹੈ, ਇਸ ਤਰ੍ਹਾਂ ਸੈਂਟੈਂਸ ਤੁਸੀਂ ਰੀਡਿੰਗ ਦੇ ਵਿੱਚ ਦੇਖ ਸਕਦੇ ਆ। ਸੋ ਇਹਦੀ ਇੱਕ ਅੱਧੀ ਐਗਜ਼ਾਮਪਲ ਮੈਂ ਹੋਰ ਲੈਣਾ ਕੀ ਕੀ ਯੂਜ਼ ਹੁੰਦਾ ਉਹ ਕਰਕੇ ਆਪਾਂ 1 ਬਾਈ 1 ਬਾਕੀ ਵੀ ਦੇਖਦੇ ਹਾਂ।
ਸੋ ਸਟੂਡੈਂਟਸ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਦੋ ਅਲੱਗ-ਅਲੱਗ ਸੈਂਟੈਂਸਸ ਨੂੰ ਕਿਵੇਂ ਕੰਬਾਈਨ ਕਰਕੇ ਇੱਕ ਐਡਜੈਕਟਿਵ ਕਲੌਜ਼ ਬਣਾ ਕੇ ਇਹਨੂੰ ਆਪਾਂ ਇੱਕ ਕੰਪਲੈਕਸ ਸੈਂਟੈਂਸ ਬਣਾ ਸਕਦੇ ਹਾਂ। ਮੰਨ ਲਓ ਕਿ ਆਪਾਂ ਇੱਕ ਸੈਂਟੈਂਸ ਲਿਖਦੇ ਹਾਂ, pollution is a major concern across the globe। एक सेंटेंस। नंबर 2 ते it is causing health issues। दो सेंटेंस अलग-अलग बनाते स्टूडेंट्स। ਇਹਨਾਂ ਨੂੰ ਹੁਣ ਅਗਰ ਆਪਾਂ ਕੰਬਾਈਨ ਕਰਨਾ ਤੇ ਸਾਰੀ ਗੱਲ ਸਟੂਡੈਂਟ ਜਿਹੜੀ ਆ ਪੋਲੂਸ਼ਨ ਦੇ ਦੁਆਲੇ ਘੁੰਮਦੀ ਆ ਕਿ ਪੋਲੂਸ਼ਨ ਇੱਕ ਮੇਜਰ ਕੰਸਰਨ ਆ ਪੂਰੇ ਵਰਲਡ ਦੇ ਵਿੱਚ ਤੇ ਪੋਲੂਸ਼ਨ ਜਿਹੜਾ ਹੈਗਾ ਇਹਦੇ ਨਾਲ ਹੈਲਥ ਇਸ਼ੂਜ਼ ਹੋ ਰਹੇ ਆ। ਸੋ ਐਕਸਟਰਾ ਇਨਫੋਰਮੇਸ਼ਨ ਆਪਾਂ ਦੋਨਾਂ ਚੋਂ ਕਿਸੇ ਦੇ ਬਾਰੇ ਵੀ ਜੋੜ ਸਕਦੇ ਆ ਕਿ ਪੋਲੂਸ਼ਨ ਜਿਹੜਾ ਆ ਉਹ ਹੈਲਥ ਇਸ਼ੂਜ਼ ਦਾ ਮੇਨ ਕਾਰਨ ਆ ਤੇ ਅੱਜ ਦੇ ਸਮੇਂ ਦੇ ਵਿੱਚ ਵਰਲਡ ਦੇ ਵਿੱਚ ਇਹ ਮੇਜਰ ਕੰਸਰਨ ਹੈਗਾ। ਸੋ ਆਪਾਂ ਕੰਬਾਈਨ ਕਰਦੇ ਹਾਂ ਸੈਂਟੈਂਸ ਨੂੰ ਕਿ ਪੋਲੂਸ਼ਨ which is the major cause of health issues has become a global concern। so students ਹੁਣ ਤੁਸੀਂ ਦੇਖ ਸਕਦੇ ਆ ਕਿ ਮੇਨ ਸੈਂਟੈਂਸ ਮੇਰਾ ਸੀਗਾ pollution which is the major cause। ਮੈਂ ਆਹੀ ਵਾਲੇ ਸੈਂਟੈਂਸ ਨੂੰ ਥੋੜਾ ਚੇਂਜ ਕਰਕੇ ਇੱਥੇ ਲਿਖ ਦਿੱਤਾ। ਸੋ ਇੱਥੇ ਤੁਸੀਂ ਦੇਖ ਸਕਦੇ ਆ ਕਿ ਇੱਕ ਮੇਰਾ ਕਲੌਜ਼ ਆ ਹੈਗਾ issues has become। ਅਗਲਾ ਮੇਰਾ ਜਿਹੜਾ ਸੈਂਟੈਂਸ ਆ ਉਹ ਆ ਪਿਆ। ਮੈਂ ਤਿੰਨ ਅਲੱਗ-ਅਲੱਗ ਪਾਰਟਸ ਦੇ ਵਿੱਚ ਇਹਨੂੰ ਡਿਵਾਈਡ ਕਰਤਾ ਕਿ pollution which ਕਿਹਦੇ ਲਈ ਲੱਗਿਆ, pollution ਦੇ ਲਈ ਲੱਗਿਆ, which is the major cause of health issues ਜੋ ਕਿ health issues ਦਾ ਮੇਨ ਕਾਰਨ ਆ, has become a global concern ਉਹ ਇੱਕ ਗਲੋਬਲ ਕੰਸਰਨ ਬਣ ਚੁੱਕਿਆ ਹੈ। ਸੋ ਸਟੂਡੈਂਟ ਇਹਦੇ ਵਿੱਚ ਕੀ ਆ ਮੇਰਾ ਮੇਨ ਸਬਜੈਕਟ ਸੀਗਾ pollution। ਇਹਦਾ ਮੇਨ ਵਰਬ ਜਿਹੜਾ ਲੱਗਿਆ ਸੀਗਾ ਉਹ ਆ ਲੱਗਿਆ ਸੀ ਹੈਲਪਿੰਗ ਵਰਬ ਪਲੱਸ V3 ਮੇਨ ਵਰਬ ਲੱਗਿਆ ਸੀਗਾ ਇੱਥੇ ਪ੍ਰੈਜ਼ੈਂਟ ਪਰਫੈਕਟ ਟੈਂਸ। ਬਟ ਇੱਥੇ ਜਿਹੜਾ ਵਿੱਚ ਲੱਗਿਆ ਨਾ ਇਹ ਸਟੂਡੈਂਟ ਲੱਗਿਆ pollution ਦੇ ਲਈ। ਇਟ ਮੀਨਸ ਕਿ ਇਹ ਵੀ ਐਜ਼ ਅ ਸਬਜੈਕਟ ਕੰਮ ਕਰੂਗਾ ਤੇ ਇਜ਼ ਜਿਹੜਾ ਆ ਇਹ ਬਣ ਗਿਆ ਇਹਦਾ ਵਰਬ। ਸੋ ਆ ਆਪਣੇ ਆਪ ਦੇ ਵਿੱਚ ਇੱਕ ਅਲੱਗ ਕਲੌਜ਼ ਹੈਗਾ ਆ which is gives information about pollution ਜਿਹੜਾ pollution ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ। ਬਟ ਇਹਦੇ ਨਾਲ ਜਿਹੜਾ ਆਹ ਵਾਲਾ ਕਲੌਜ਼ ਆ ਇਹ ਮੇਨ ਕਲੌਜ਼ ਮੇਰਾ ਚੱਲ ਰਿਹਾ। ਸੋ ਇਸ ਤਰੀਕੇ ਦੇ ਸੈਂਟੈਂਸ ਸਾਡੇ ਜਿਹੜੇ ਕੰਪਲੈਕਸ ਸੈਂਟੈਂਸ ਬਣਦੇ ਆ। ਸੋ ਐਡਜੈਕਟਿਵ ਕਲੌਜ਼ ਤੁਸੀਂ ਦੇਖ ਸਕਦੇ ਕਿ ਕਿਵੇਂ ਆਪਣੇ ਨਾਉਨ ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ ਹੈ। ਸੋ ਸਟੂਡੈਂਟਸ ਜਦੋਂ ਵੀ ਆਪਾਂ ਐਡਜੈਕਟਿਵ ਕਲੌਜ਼ ਬਣਾਉਣੇ ਆ ਇਹਦੇ ਵਿੱਚ 5 ਰਿਲੇਟਿਵ ਪ੍ਰੋਨਾਉਂਸ ਯੂਜ਼ ਹੁੰਦੇ ਆ ਉਹਦੇ ਵਿੱਚੋਂ ਬੇਸਿਕਲੀ 3 ਤਾਂ ਯੂਜ਼ ਹੋਣੇ ਹੀ ਹੋਣੇ ਆ। ਸੋ ਐਡਜੈਕਟਿਵ ਕਲੌਜ਼ਸ ਬਣਾਉਣ ਦੇ ਲਈ ਸਟੂਡੈਂਟਸ ਸਾਨੂੰ ਚਾਹੀਦੇ ਆ ਰਿਲੇਟਿਵ ਪ੍ਰੋਨਾਉਂਸ। ਕਿਹੜੇ who which that whom and whose। ਸੋ who ਨੂੰ ਆਪਾਂ ਇੱਥੇ ਯੂਜ਼ ਕੀਤਾ ਸੀਗਾ ਪੀਪਲ ਦੇ ਲਈ। ਕੋਈ ਚੀਜ਼ ਆ ਜਾਵੇ, ਕੋਈ ਐਨੀਮਲ ਆ ਜਾਵੇ, ਕੋਈ ਆਈਡੀਆ ਆ ਜਾਵੇ ਆਪਾਂ ਵਿੱਚ ਜਾਂ ਫਿਰ that ਲਗਾ ਸਕਦੇ ਆ। ਜਿਵੇਂ ਮੈਂ ਇੱਥੇ pollution ਦੇ ਲਈ ਵਿੱਚ ਨੂੰ ਯੂਜ਼ ਕੀਤਾ। ਸੋ whom and who ਸਾਡੇ ਆਬਜੈਕਟ ਐਂਡ ਕਹਿ ਸਕਦੇ ਆਪਾਂ ਕਿ ਇੱਕ ਆਬਜੈਕਟ ਦੇ ਲਈ ਐਂਡ ਪੋਜੈਸ਼ਨ ਦੇ ਲਈ ਯੂਜ਼ ਕੀਤੇ ਜਾਂਦੇ। ਸੋ ਬੇਸਿਕਲੀ ਇਹ ਸੀਗਾ ਐਡਜੈਕਟਿਵ ਕਲੌਜ਼। ਹੁਣ ਆਪਾਂ ਲੈਨੇ ਆ ਇੱਕ ਐਗਜ਼ਾਮਪਲ ਨਾਉਨ ਕਲੌਜ਼ ਦੀ। ਫਸਟ ਦੇਖਦੇ ਆ ਕਿ ਨਾਉਨ ਕਲੌਜ਼ ਹੁੰਦਾ ਕੀ ਆ। ਤੁਹਾਨੂੰ ਜਿਵੇਂ ਪਹਿਲਾਂ ਐਡਜੈਕਟਿਵ ਦੱਸ ਕੇ ਆ ਵੀ ਤੁਹਾਨੂੰ ਪਤਾ ਹੀ ਆ ਕਿ ਨਾਉਨ ਇਜ਼ ਨੇਮ ਆਫ ਐਨੀਥਿੰਗ। ਕਿਸੇ ਵੀ ਚੀਜ਼ ਦੇ ਨਾਉਨ ਨੇਮ ਨੂੰ ਆਪਾਂ ਜਿਹੜਾ ਆ ਐਜ਼ ਅ ਨਾਉਨ ਮੰਨਦੇ ਆ ਇੰਗਲਿਸ਼ ਦੇ ਵਿੱਚ। ਠੀਕ ਹੈ ਜੀ। ਸੋ ਨਾਉਨ ਕਲੌਜ਼ ਦਾ ਫੰਕਸ਼ਨ ਵੀ ਉਹੀ ਫੰਕਸ਼ਨ ਹੋਊਗਾ ਜਿਹੜਾ ਕੰਮ ਇੰਗਲਿਸ਼ ਦੇ ਵਿੱਚ ਨਾਉਨ ਦਾ ਹੈਗਾ। ਜੋ ਫੰਕਸ਼ਨ ਨਾਉਨ ਕਰਦਾ ਉਹੀ ਫੰਕਸ਼ਨ ਨਾਉਨ ਕਲੌਜ਼ ਨੇ ਕਰਨਾ। ਸੋ ਬੇਸਿਕਲੀ ਅਗਰ ਆਪਾਂ ਸੈਂਟੈਂਸ ਦੀ ਗੱਲ ਕਰੀਏ ਤਾਂ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ ਆ ਦੋ ਅਜਿਹੇ ਚੀਜ਼ਾਂ ਆ ਜਿੱਥੇ ਇੰਗਲਿਸ਼ ਦੇ ਵਿੱਚ ਇੱਕ ਨਾਉਨ ਯੂਜ਼ ਹੁੰਦਾ। ਸੋ ਇਟ ਮੀਨਸ ਕੀ ਆ ਕਿ ਜੇਕਰ ਕਿਸੇ ਸੈਂਟੈਂਸ ਦੇ ਵਿੱਚ ਸਬਜੈਕਟ ਦੇ ਐਂਡ ਆਬਜੈਕਟ ਦੇ ਤੌਰ ਤੇ ਨਾਉਨ ਹੀ ਕੰਮ ਕਰਦਾ ਦੈਨ ਸਾਡਾ ਨਾਉਨ ਕਲੌਜ਼ ਵੀ ਜਿਹੜਾ ਕੀ ਹੈਗਾ ਉਹ ਵੀ ਐਜ਼ ਅ ਸਬਜੈਕਟ ਔਰ ਆਬਜੈਕਟ ਕੰਮ ਕਰ ਸਕਦਾ। ਇਸ ਤੋਂ ਇਲਾਵਾ ਇਹਦੇ ਅਲੱਗ-ਅਲੱਗ ਹੋਰ ਵੀ ਯੂਜ਼ਸ ਹੈਗੇ ਆ। ਅਲੱਗ ਵੀਡੀਓ 'ਚ ਕਰੂੰਗਾ, ਵੀਡੀਓ ਲੰਬੀ ਹੋ ਜਾਣੀ ਆ। ਬੇਸਿਕਲੀ ਆ ਸਮਝਦੇ ਆ ਕਿ ਨਾਉਨ ਕਲੌਜ਼ ਹੁੰਦਾ ਕੀ ਆ। ਇਟ ਜਸਟ ਐਕਟਸ ਲਾਈਕ ਅ ਨਾਉਨ। ਐਗਜ਼ਾਮਪਲ ਲੈਂਦੇ ਆ। ਅਗਰ ਮੈਂ ਕਹਾਂ I don't know his work। I don't know his work means ਕੀ ਆ ਕਿ ਮੈਨੂੰ ਨਹੀਂ ਪਤਾ ਉਹਦਾ ਕੰਮ। ਉਹਦੇ ਕੰਮ ਦੇ ਬਾਰੇ ਕਹਿ ਲਈਏ ਮੈਨੂੰ ਉਹਦੇ ਕੰਮ ਦੇ ਬਾਰੇ ਨਹੀਂ ਪਤਾ ਜਾਂ ਮੈਨੂੰ ਉਹਦਾ ਕੰਮ ਨਹੀਂ ਪਤਾ ਹੈਗਾ। ਸੋ ਇਟ ਮੀਨਸ ਕੀ ਆ ਕਿ ਉਹ ਕੀ ਕਰਦਾ ਪਿਆ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈਗੀ।
ਸੋ ਇਸ ਤਰੀਕੇ ਨਾਲ ਅਗਰ ਇਹਨੂੰ ਮੈਂ ਕਲੌਜ਼ ਦੇ ਵਿੱਚ ਕਨਵਰਟ ਕਰ ਦਵਾਂ ਕਿ ਆਈ ਡੋਂਟ ਨੋ, ਜਿੱਦਾਂ ਕਿ ਆ ਸਬਜੈਕਟ ਆ ਮੇਰਾ ਹੈਲਪਿੰਗ ਵਰਬ ਆ V1 ਆ, ਆਈ ਡੋਂਟ ਨੋ ਵਟ, ਆਈ ਡੋਂਟ ਨੋ ਮੈਂ ਕੀ ਨਹੀਂ ਪਤਾ, ਮੈਨੂੰ ਨਹੀਂ ਪਤਾ ਵੀ ਉਸ ਦਾ ਕੰਮ ਕੀ ਹੈਗਾ। ਸੋ ਆ ਬਣ ਗਿਆ ਸਾਡਾ ਆਬਜੈਕਟ। ਇਹਨੂੰ ਦੇਖਦੇ ਹੁਣ ਆਪਾਂ ਕਿਵੇਂ ਚੇਂਜ ਕਰਾਂਗੇ। ਸੋ ਆਈ ਡੋਂਟ ਨੋ ਵਟ ਹੀ ਡਸ। ਆਹ ਵਾਲਾ ਸੈਂਟੈਂਸ ਦੇਖੀਏ, ਆਈ ਡੋਂਟ ਨੋ ਸਬਜੈਕਟ ਹੈਲਪਿੰਗ ਵਰਬ ਤੇ ਵਰਬ, ਮੈਨੂੰ ਨਹੀਂ ਪਤਾ, ਮੈਨੂੰ ਕੀ ਨਹੀਂ ਪਤਾ, ਵਟ ਹੀ ਡਸ ਉਹ ਕੀ ਕਰਦਾ ਹੈ, ਇਹ ਮੈਨੂੰ ਨਹੀਂ ਪਤਾ। ਇੱਥੇ ਤੁਸੀਂ ਦੇਖ ਸਕਦੇ ਆ ਕਿ ਮੇਰਾ ਸਬਜੈਕਟ ਐਂਡ ਵਰਬ ਆ ਗਿਆ, ਇੱਧਰ ਵੀ ਇੱਕ ਸਬਜੈਕਟ ਐਂਡ ਵਰਬ ਲੱਗਿਆ। ਸੋ ਆ ਜਿਹੜੀ ਵਟ ਆ ਉਹ ਕੀ ਇੱਥੇ ਯੂਜ਼ ਹੋ ਰਹੀ ਹੈ ਜੇ ਕੰਜੰਕਸ਼ਨ ਯੂਜ਼ ਹੋ ਰਹੀ ਆ। ਸੋ ਕੰਜੰਕਸ਼ਨਾਂ ਤਾਂ ਹੈਗੀਆਂ ਜਿਹੜੀਆਂ ਕਲੌਜ਼ਸ ਨੂੰ ਚੇਂਜ ਕਰਦੀਆਂ ਕਿ ਕਿਹੜਾ ਕਲੌਜ਼ ਬਣਿਆ। ਜਿੱਦਾਂ ਪਿੱਛੇ ਅਸੀਂ WH ਵਾਲੀ ਹੂ ਵਿੱਚ ਨੂੰ ਯੂਜ਼ ਕੀਤਾ ਸੀ, ਇੱਥੇ ਸਾਡੀ ਆ ਗਈ ਵਟ। ਅਲੱਗ-ਅਲੱਗ ਕੰਜੰਕਸ਼ਨਸ ਹੋ ਵੀ ਦੱਸੂਗਾ ਕਿਹੜੀਆਂ ਯੂਜ਼ ਹੋਣੀਆਂ, ਬਟ ਬੇਸਿਕਲੀ ਆਪਾਂ ਸਮਝ ਰਹੇ ਹਾਂ ਕਿ ਆਈ ਡੋਂਟ ਨੋ ਵਟ ਹੀ ਡਸ, ਮੈਨੂੰ ਨਹੀਂ ਪਤਾ ਉਹ ਕੀ ਕਰਦਾ ਹੈ। ਹੋਰ ਇੱਕ ਸੈਂਟੈਂਸ ਲੈ ਲੈਣੇ ਆ, ਮੈਨੂੰ ਸਾਫ਼ ਕਰ ਲੈਣ ਥੋੜਾ ਜਿਹਾ। Whatever governments are doing is not enough. Whatever governments are doing, स्टूडेंट ਤੁਸੀਂ ਦੇਖ ਸਕਦੇ ਆ subject, helping verb and verb। ਗਵਰਨਮੈਂਟਸ ਕਰ ਰਹੀਆਂ, ਗਵਰਨਮੈਂਟਸ ਕੀ ਕਰ ਰਹੀਆਂ, ਜੋ ਵੀ ਕਰ ਰਹੀਆਂ ਸਰਕਾਰਾਂ, ਦੈਨ ਕੀ ਹੋ ਰਿਹਾ, is not enough ਉਹ ਕਾਫੀ ਨਹੀਂ ਹੈ। ਸੋ ਤੁਸੀਂ ਦੇਖ ਸਕਦੇ ਹੋ ਸਟੂਡੈਂਟਸ ਕਿ ਇੱਥੇ ਮੇਰਾ ਜਿਹੜਾ ਆ ਗਵਰਨਮੈਂਟ ਆਰ ਡੂਇੰਗ, ਜੋ ਵੀ ਉਹ ਕਰ ਰਹੀਆਂ, ਇੱਕ ਕਲੌਜ਼ ਬਣਦਾ ਪਿਆ ਸੀਗਾ, ਬਟ ਇੱਥੇ ਇੱਕ ਹੋਰ ਵਰਬ ਲੱਗਿਆ ਹੋਇਆ is। ਇਸ ਸਬਜੈਕਟ, ਇਹ ਜਿਹੜਾ ਵਰਬ ਆ ਇਹਦਾ ਜਿਹੜਾ ਸਬਜੈਕਟ ਆ ਉਹ ਕਿਹੜਾ ਆ ਸਟੂਡੈਂਟਸ, ਆ ਜਿਹੜਾ ਪੂਰਾ ਕਲੌਜ਼ ਹੈ ਨਾ, ਇਹ ਸਾਰਾ ਕਲੌਜ਼ ਐਸ ਇਸ ਦੇ ਲਈ ਕੀ ਬਣ ਗਿਆ, ਸਬਜੈਕਟ ਬਣ ਗਿਆ। ਸੋ ਹੁਣ ਅਸੀਂ ਕੀ ਕਹਿ ਸਕਦੇ ਹਾਂ ਕਿ whatever governments are doing, ਜੋ ਵੀ ਸਰਕਾਰਾਂ ਕਰ ਰਹੀਆਂ ਹਨ ਉਹ ਕਾਫੀ ਨਹੀਂ ਹੈ, ਉਹ ਕਾਫੀ ਨਹੀਂ ਹੈ। ਇਟ ਮੀਨਸ ਕਿ ਕੀ ਕਾਫੀ ਨਹੀਂ ਹੈ, ਜੋ ਵੀ ਸਰਕਾਰਾਂ ਕਰ ਰਹੀਆਂ। ਸੋ ਦੇਖੋ ਸਬਜੈਕਟ ਐਂਡ ਵਰਬ ਪੂਰਾ ਕਲੌਜ਼ ਬਣ ਕੇ ਐਸ ਵਰਬ ਦੇ ਲਈ ਐਜ਼ ਅ ਸਬਜੈਕਟ ਕੰਮ ਕਰਦਾ ਪਿਆ। ਇਟ ਮੀਨਸ ਦਿਸ ਇਜ਼ ਅ ਨਾउन ਕਲੌਜ਼। ਇੱਕ ਐਗਜ਼ਾਮਪਲ ਹੋਰ ਲੈਣਾ ਹੈ ਆਬਜੈਕਟ ਦੇ ਰੂਪ ਦੇ ਵਿੱਚ ਵੀ, ਆਬਜੈਕਟ 'ਚ ਕਿਵੇਂ ਯੂਜ਼ ਹੋਊਗਾ। I don't know who is going to Delhi। subject, helping verb and verb, एक क्लॉज। ਮੈਨੂੰ ਨਹੀਂ ਪਤਾ, ਕੀ ਮੈਨੂੰ ਨਹੀਂ ਪਤਾ, who is going to Delhi, ਮੈਨੂੰ ਨਹੀਂ ਪਤਾ ਕਿ ਦਿੱਲੀ ਕੌਣ ਜਾ ਰਿਹਾ ਹੈ। ਇਟ ਮੀਨਸ ਕੀ ਆ ਕਿ ਅਨਨੋਨ ਜਿਹੜਾ ਵਰਬ ਆ ਸਟੂਡੈਂਟ, ਆ ਜਿਹੜਾ ਕਲੌਜ਼ ਲੱਗਿਆ ਹੋਇਆ ਇਹ ਐਜ਼ ਅ ਨਾउन ਦੇ ਲਈ, ਇਸ ਨਾउन ਦੇ ਲਈ ਐਜ਼ ਅ ਆਬਜੈਕਟ ਕੰਮ ਕਰਦਾ ਪਿਆ ਕਿ ਮੈਨੂੰ ਕੀ ਨਹੀਂ ਪਤਾ, ਮੈਨੂੰ ਨਹੀਂ ਪਤਾ ਕਿ ਦਿੱਲੀ ਕੌਣ ਜਾ ਰਿਹਾ ਹੈ। ਸੋ ਇੱਥੇ ਵੀ ਹੂ ਯੂਜ਼ ਹੋਇਆ। ਇਹੀ ਥੋੜੀ ਜਿਹੀ ਪ੍ਰੋਬਲਮ ਆ ਕਿ ਸੇਮ ਕੰਜੰਕਸ਼ਨਸ ਐਡਜੈਕਟਿਵ ਕਲੌਜ਼ ਵੀ ਬਣਾਉਂਦੀਆਂ, ਨਾउन ਕਲੌਜ਼ ਵੀ ਬਣਾਉਂਦੀਆਂ। ਅਲੱਗ ਵੀਡੀਓ ਜ਼ਰੂਰ ਸਮਝਾਉਂਗਾ। ਬੇਸਿਕਲੀ ਇੱਥੇ ਇੰਨਾ ਸਮਝ ਲਓ ਕਿ ਨਾउन ਕਲੌਜ਼ ਦੇ ਵਿੱਚ ਤੇ ਐਂਡ ਐਡਜੈਕਟਿਵ ਕਲੌਜ਼ 'ਚ ਕੀ ਡਿਫਰੈਂਸ ਹੈਗਾ। ਸੋ ਸਟੂਡੈਂਟਸ ਹੋਪ ਹੈ ਕਿ ਤੁਹਾਨੂੰ ਨਾउन ਕਲੌਜ਼ ਵੀ ਸਮਝ ਲੱਗੇ ਹੋਣਗੇ। ਨਾउन ਕਲੌਜ਼ ਦਾ ਕੰਮ ਆ ਜਾਂ ਐਜ਼ ਅ ਸਬਜੈਕਟ ਜਾਂ ਫਿਰ ਆਬਜੈਕਟ ਦੇ ਰੂਪ ਦੇ ਵਿੱਚ ਕੰਮ ਕਰਨਾ। ਇਹਦੇ ਲਈ ਕਿਹੜੀਆਂ ਕੰਜੰਕਸ਼ਨਸ ਯੂਜ਼ ਕਰ ਸਕਦੇ ਆ, ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ, ਇਹਨਾਂ ਨੂੰ ਨੋਟ ਕਰ ਸਕਦੇ ਆ। ਪ੍ਰੈਕਟਿਸ ਕਿੱਦਾਂ ਕਰਨੀ ਹੈ ਦੱਸੂਗਾ ਅਲੱਗ ਵੀਡੀਓਜ਼ ਦੇ ਵਿੱਚ। ਸੋ ਇਹ ਸੀਗਾ ਬੇਸਿਕ ਸਾਡਾ ਨਾउन ਕਲੌਜ਼। ਹੁਣ ਦੇਖਦੇ ਆ ਐਡਵਰਬ ਕਲੌਜ਼ ਨੂੰ। ਐਡਵਰਬ ਕਲੌਜ਼ ਕੀ ਹੁੰਦੇ ਆ, ਬੇਸਿਕਲੀ ਪਹਿਲਾਂ ਐਡਵਰਬ ਨੂੰ ਸਮਝਾਂਗੇ ਜਿਵੇਂ ਆਪਾਂ ਐਡਜੈਕਟਿਵ ਐਂਡ ਨਾउन ਨੂੰ ਸਮਝਿਆ ਸੀਗਾ। ਸੋ ਸਟੂਡੈਂਟਸ ਐਡਵਰਬ ਕੀ ਹੁੰਦੇ ਆ, ਐਡਵਰਬਸ ਐਕਚੁਅਲੀ ਹੁੰਦੇ ਆ ਜਿਹੜੇ ਸਾਨੂੰ ਐਕਸਟਰਾ ਇਨਫੋਰਮੇਸ਼ਨ ਦਿੰਦੇ ਆ ਵਰਬ ਦੇ ਬਾਰੇ ਦੇ ਵਿੱਚ। ਜਿਵੇਂ ਐਡਜੈਕਟਿਵ ਸਾਨੂੰ ਨਾउन ਦੇ ਬਾਰੇ ਚ ਐਕਸਟਰਾ ਇਨਫੋਰਮੇਸ਼ਨ ਦਿੰਦੇ, ਉਸੇ ਤਰ੍ਹਾਂ ਸਾਨੂੰ ਐਡਵਰਬ ਜਿਹੜੇ ਆ ਵਰਬ ਦੇ ਬਾਰੇ ਚ ਐਕਸਟਰਾ ਇਨਫੋਰਮੇਸ਼ਨ ਦਿੰਦੇ ਆ। ਲੈਟ ਮੀ ਟੇਕ ਐਨ ਐਗਜ਼ਾਮਪਲ। ਜੇ ਮੈਂ ਕਹਿ ਦਵਾਂ ਹੀ ਰਨਸ, ਉਹ ਦੌੜਦਾ ਹੈ, ਉਹ ਦੌੜਦਾ ਹੈ, ਸਿੰਪਲ ਸੈਂਟੈਂਸ। ਅਗਰ ਮੈਂ ਕਹਿ ਦਵਾਂ ਹੀ ਰਨਸ ਫਾਸਟ, ਉਹ ਤੇਜ਼ ਦੌੜਦਾ ਹੈ। ਸੋ ਇਟ ਮੀਨਸ ਕਿ ਜਿਹੜਾ ਫਾਸਟ ਵਰਡ ਆ ਇਹ ਸਾਨੂੰ ਕਿਹਦੇ ਬਾਰੇ ਦੱਸਦਾ ਪਿਆ, ਇਹ ਦੱਸਦਾ ਪਿਆ ਕਿ ਕੋਈ ਵਿਅਕਤੀ ਕਿਵੇਂ ਦੌੜਦਾ ਹੈ, ਫਾਸਟ ਦੌੜਦਾ ਹੈ ਜਾਂ ਫਿਰ ਸਲੋ ਦੌੜਦਾ ਹੈ। ਸੋ ਆ ਜਿਹੜੇ ਵਰਡਸ ਆ ਸਟੂਡੈਂਟ ਸਾਨੂੰ ਐਕਸਟਰਾ ਇਨਫੋਰਮੇਸ਼ਨ ਦਿੰਦੇ ਆ ਕਿ ਉਹ ਬੰਦਾ ਦੌੜਦਾ ਕਿਵੇਂ ਪਿਆ ਹੈ। ਮੈਂ ਕਹਿ ਦਵਾਂ ਹੀ ਸਪੀਕਸ ਇੰਗਲਿਸ਼ ਫਲੂਐਂਟਲੀ, ਉਹ ਫਲੂਐਂਟ ਇੰਗਲਿਸ਼ ਬੋਲਦਾ ਜਾਂ ਇੰਗਲਿਸ਼ ਬੜੀ ਫਲੂਐਂਸੀ ਨਾਲ ਬੋਲਦਾ ਜਾਂ ਫਲੂਐਂਟਲੀ ਬੋਲਦਾ। ਸੋ ਆ ਜਿਹੜਾ ਸਾਡਾ ਫਲੂਐਂਟਲੀ ਵਰਡ ਹੈ ਸਟੂਡੈਂਟ ਕਿਹਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ ਵੀ ਉਹ ਕਿਵੇਂ ਬੋਲਦਾ ਹੈ,
ਉਹਦੀ ਸਪੀਕਿੰਗ ਕਰਨ ਦਾ ਤਰੀਕਾ ਕੀ ਆ, ਉਹ ਫਲੂਐਂਟਲੀ ਇੰਗਲਿਸ਼ ਬੋਲਦਾ। ਸੋ ਇਟ ਮੀਨਸ ਕਿ ਆ ਕਿ ਆ ਜਿਹੜੇ ਵਰਡਸ ਆ ਸਟੂਡੈਂਟ ਸਾਡੇ ਐਡਵਰਬ ਆ ਜਿਹੜੇ ਸਾਨੂੰ ਵਰਬ ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ। ਅਗਰ ਮੈਂ ਗੱਲ ਕਰਾਂ ਵੀ ਕਦੋਂ ਯੂਜ਼ ਹੋਣੇ ਆ, ਜਦੋਂ ਤੁਹਾਡੇ ਮਾਈਂਡ ਦੇ ਵਿੱਚ ਆਹ ਕੁਐਸਚਨ ਹੁੰਦੇ ਆ ਉਦੋਂ ਅਸੀਂ ਐਡਵਰਬ ਕਲੌਜ਼ ਨੂੰ ਯੂਜ਼ ਕਰਦੇ ਆ। ਜਿਵੇਂ ਕਿ ਇੱਥੇ ਉਹ ਕਹਿੰਦਾ ਕਿ ਉਹ ਦੌੜਦਾ ਹੈ, ਕਿਵੇਂ ਦੌੜਦਾ ਹੈ, ਆਨਸਰ ਕਿਹੜੀ ਚੀਜ਼ ਦਾ ਆ ਰਿਹਾ, ਹਾਊ ਦਾ। ਹੀ ਰਨਸ ਫਾਸਟ, ਹੀ ਰਨਸ ਸਲੋਲੀ, ਸੋ ਹਾਊ ਦਾ ਆਨਸਰ ਆ ਰਿਹਾ। ਸੋ ਇਸ ਤਰੀਕੇ ਦੇ ਨਾਲ ਐਡਵਰਬ ਕਲੌਜ਼ ਸਟੂਡੈਂਟ ਜਿਹੜੇ ਆ ਸਾਨੂੰ ਆਨਸਰ ਦਿੰਦੇ ਆ ਹਾਊ, ਵੈਨ, ਵੇਅਰ ਐਂਡ ਵਾਈ ਦਾ, ਵੀ ਕਦੋਂ, ਕਿਵੇਂ, ਕਿੱਥੇ ਤੇ ਕਿਉਂ ਕੁਛ ਨਾ ਕੁਛ ਹੋ ਰਿਹਾ ਹੈ। ਸੋ ਹੁਣ ਆਪਾਂ ਦੇਖਦੇ ਹਾਂ ਕਿ ਐਡਵਰਬ ਤਾਂ ਇੱਕ ਸਿੰਗੂਲਰ ਵਰਡ ਹੋ ਗਿਆ, ਬਟ ਆਪਾਂ ਇਹਨੂੰ ਯੂਜ਼ ਕਰਨਾ ਐਜ਼ ਅ ਕਲੌਜ਼, ਮੀਨਸ ਕਿ ਪੂਰਾ ਸਬਜੈਕਟ ਐਂਡ ਵਰਬ ਦੇ ਰੂਪ ਦੇ ਵਿੱਚ। ਉਹਦੀ ਲੈਣੇ ਆ ਐਗਜ਼ਾਮਪਲ ਹੁਣ। ਸੋ ਸਟੂਡੈਂਟ ਆਪਾਂ ਲੈਂਦੇ ਇੱਕ ਐਗਜ਼ਾਮਪਲ। ਸੋ ਸਟੂਡੈਂਟ ਤੁਸੀਂ ਦੇਖ ਸਕਦੇ ਆ ਕਿ ਐਡਵਰਬ ਕਲੌਜ਼ ਨੂੰ ਬਣਾਉਣ ਦੇ ਲਈ ਸਾਨੂੰ ਚਾਹੀਦੀਆਂ ਸਬੋਰਡੀਨੇਟ ਕੰਜੰਕਸ਼ਨਸ। ਸਰਚ ਜ਼ਰੂਰ ਕਰ ਲਿਓ ਨੈਟ ਦੇ ਉੱਤੇ ਜਦੋਂ ਵੀ ਬਣਾਉਣੇ ਆ ਵੀ ਕਿਹੜੀਆਂ ਸਬੋਰਡੀਨੇਟ ਕੰਜੰਕਸ਼ਨਸ ਹੈਗੀਆਂ। ਮੈਂ ਐਗਜ਼ਾਮਪਲ ਦੇ ਤੌਰ ਤੇ ਕੁਝ ਲਿਖੀਆਂ ਹੋਈਆਂ, if, although, because, unless, while, whereas, even though, when and many more। ਬਹੁਤ ਸਾਰੀਆਂ ਹੋਰ ਵੀ ਹੈਗੀਆਂ ਸਟੂਡੈਂਟ, ਸਾਨੂੰ ਸਾਰੀਆਂ ਦੇਖਣੀਆਂ ਪੈਣੀਆਂ ਕੈਟਾਗਰੀ ਵਾਈਜ਼। ਸੋ ਇੱਥੇ ਮੈਂ ਕੁਝ ਲਿਖੀਆਂ, ਤੁਸੀਂ ਜਿਹੜੀਆਂ ਯੂਜ਼ ਕਰਦੇ ਆ, ਕਿਵੇਂ ਯੂਜ਼ ਕਰਨਾ ਸੈਂਟੈਂਸ ਬਣਾ ਕੇ ਦੱਸਦਾ ਆ। ਸੋ ਆਪਾਂ ਕਹਿ ਦਈਏ ਟਾਈਮ ਦੀ ਅਗਰ ਆਪਾਂ ਐਗਜ਼ਾਮਪਲ ਲੈ ਲਈਏ ਜਾਂ ਵੈਨ ਨੂੰ ਆਪਾਂ ਐਜ਼ ਅ ਵੈਨ ਅਗਰ ਯੂਜ਼ ਕਰ ਲਈ, ਜਾਂ ਫਸਟ ਆਫ ਆਲ ਆਪਾਂ ਸਟੂਡੈਂਟ ਬਣਾਉਂਦੇ ਸੈਂਟੈਂਸ ਬਿਕੋਜ਼ ਦੇ ਨਾਲ। ਬਿਕੋਜ਼ ਤੁਸੀਂ ਬਹੁਤ ਜ਼ਿਆਦਾ ਯੂਜ਼ ਕਰਦੇ ਆ। ਪਹਿਲਾਂ ਮੈਂ ਦੋ ਅਲੱਗ-ਅਲੱਗ ਸੈਂਟੈਂਸ ਲਿਖੂੰਗਾ। I could not complete my work। ਇੱਕ ਸੈਂਟੈਂਸ ਸਟੂਡੈਂਟ ਆਪਣੇ ਆਪ ਦੇ ਵਿੱਚ ਕੰਪਲੀਟ ਆ, ਇੰਡੀਪੈਂਡੈਂਟ ਕਲੌਜ਼ ਬਣ ਗਿਆ। ਇੱਕ ਮੈਂ ਹੋਰ ਲਿਖ ਦਿੰਦਾ, I was sick yesterday। ਕੱਲ ਮੈਂ ਬਿਮਾਰ ਸੀ, ਆਪਣੇ ਆਪ ਦੇ ਵਿੱਚ ਕੰਪਲੀਟ ਸੈਂਟੈਂਸ ਆ। ਬਟ ਤੁਸੀਂ ਦੇਖੋ ਕਿ ਇਹਨਾਂ ਦੋਨਾਂ ਨੂੰ ਇਹਨਾਂ ਦੇ ਵਿੱਚੋਂ ਇੱਕ ਕੰਜੰਕਸ਼ਨ ਦੇ ਨਾਲ ਜੋੜਿਆ ਜਾ ਸਕਦਾ। ਕੰਜੰਕਸ਼ਨ ਲੈ ਕੇ ਦੋਨੋਂ ਸੈਂਟੈਂਸਸ ਨੂੰ ਆਪਸ ਵਿੱਚ ਜੋੜ ਦੇਵਾਂਗੇ ਤੇ ਦੋਨੋਂ ਸੈਂਟੈਂਸ ਜਿਹੜੇ ਆ ਕਲੌਜ਼ ਬਣ ਜਾਣਗੇ ਤੇ ਸਾਰਾ ਜੋੜ ਕੇ ਸਾਡਾ ਇੱਕੋ ਹੀ ਸੈਂਟੈਂਸ ਬਣ ਜਾਊਗਾ। ਲੈ ਐਗਜ਼ਾਮਪਲ ਦੇਖਦੇ ਆ ਆਪਾਂ। I could not complete my work because I was sick yesterday। ਸੋ ਹੁਣ ਆਪਾਂ ਸਟੂਡੈਂਟ ਦੇਖ ਲਈਏ, ਮੈਂ ਕੰਜੰਕਸ਼ਨ ਯੂਜ਼ ਕੀਤੀ ਹੈ ਬਿਕੋਜ਼ ਔਰ ਬਿਕੋਜ਼ ਦੇ ਨਾਲ ਦੋਨੋਂ ਹੀ ਸੈਂਟੈਂਸਸ ਨੂੰ, ਇਹ ਜਿਹੜੇ ਦੋ ਸੈਂਟੈਂਸ ਸੀ ਇਹਨਾਂ ਨੂੰ ਜੋੜ ਕੇ ਕੀ ਕਰ ਦਿੱਤਾ, ਇਹਨੂੰ ਆਪਾਂ ਇੱਕੋ ਹੀ ਸੈਂਟੈਂਸ ਬਣਾਤਾ ਜਿਹਦੇ ਵਿੱਚ ਦੋ ਅਲੱਗ-ਅਲੱਗ ਕਲੌਜ਼ਸ ਆ। ਸੋ ਫਸਟ ਸੈਂਟੈਂਸ ਕੀ, I could not complete my work, ਮੈਂ ਆਪਣਾ ਕੰਮ ਕੰਪਲੀਟ ਨਹੀਂ ਕਰ ਸਕਿਆ। ਕਿਉਂ ਨਹੀਂ ਕਰ ਸਕਿਆ, ਬਿਕੋਜ਼ I was sick yesterday, ਕਿਉਂਕਿ ਮੈਂ ਕੱਲ ਬਿਮਾਰ ਸੀ। ਸੋ ਸਟੂਡੈਂਟ ਇੰਨੇ ਦੇ ਨਾਲ ਹੀ ਤੁਹਾਡਾ ਸੈਂਟੈਂਸ ਕੰਪਲੈਕਸ ਹੋ ਗਿਆ, ਜਿਹੜਾ ਐਗਜ਼ਾਮੀਨਰ ਨੂੰ ਵੀ ਲੱਗੂਗਾ ਕਿ ਦੋ ਅਲੱਗ-ਅਲੱਗ ਸੈਂਟੈਂਸ ਜੋੜਨ ਦੇ ਨਾਲ ਅਸੀਂ ਉਹ ਸਾਰੀ ਗੱਲ ਇੱਕੋ ਸੈਂਟੈਂਸ ਦੇ ਵਿੱਚ ਕਹਿਤੀ ਜਿਹਦੇ ਵਿੱਚ ਦੋ ਅਲੱਗ-ਅਲੱਗ ਕਲੌਜ਼ ਯੂਜ਼ ਕੀਤੇ ਆ। 6 ਬੈਂਡ ਤੇ ਅਗਰ ਤੁਸੀਂ ਉੱਪਰ ਜਾਣਾ 7 8 ਤੱਕ ਸਟੂਡੈਂਟ ਤੁਹਾਨੂੰ ਕੰਪਲੈਕਸ ਸੈਂਟੈਂਸ ਚਾਹੀਦੇ ਆ। ਬੇਸ਼ੱਕ ਮਾਰਕਿੰਗ ਕ੍ਰਾਈਟੇਰੀਆ ਪੜ੍ਹ ਕੇ ਦੇਖ ਲਓ। ਇੱਕ ਦਾ ਸੈਂਟੈਂਸ ਮੈਂ ਇਹਦੇ ਨਾਲ ਹੋਰ ਬਣਾ ਦੇਣਾ ਇੱਥੇ, ਜਿਹੜਾ ਤੁਸੀਂ ਦੇਖ ਸਕਦੇ ਆ। ਆਲਦੋ ਯੂਜ਼ ਕਰ ਲਵਾਂਗੇ, although governments are taking strict actions, the drugs are still a problem। ਸੋ ਇੱਕ ਸੈਂਟੈਂਸ ਸਟੂਡੈਂਟ ਮੈਂ ਇੱਥੇ ਹੋਰ ਲਿਖਿਆ ਹੈ, although governments are taking strict actions, ਭਾਵੇਂ ਕਿ ਸਰਕਾਰਾਂ ਬਹੁਤ ਸਖਤ ਐਕਸ਼ਨ ਲੈ ਰਹੀਆਂ ਹਨ। ਫਿਰ ਕੀ ਹੋ ਰਿਹਾ, ਐਕਸਪੈਕਟੇਸ਼ਨ ਤਾਂ ਇਹ ਹੋਊਗੀ ਕਿ ਦੈਨ ਕੁਛ ਨਾ ਕੁਛ ਜਿਹੜਾ ਅਸਰ ਪਿਆ ਜਾਣਾ ਚਾਹੀਦਾ। The drugs are still a problem, but drugs ਹਲੇ ਤੱਕ ਵੀ ਇੱਕ ਪ੍ਰੋਬਲਮ ਹੈਗੀ ਆ। ਮੀਨਸ ਕਿ ਸਰਕਾਰਾਂ ਦੇ ਐਕਸ਼ਨ ਲੈਣ ਦੇ ਬਾਵਜੂਦ ਵੀ ਡਰੱਗਸ ਇੱਕ ਪ੍ਰੋਬਲਮ ਹੈ। ਸੋ ਸਟੂਡੈਂਟਸ ਇਸ ਸੈਂਟੈਂਸ ਨੂੰ ਵੀ ਤੁਸੀਂ ਦੇਖ ਸਕਦੇ ਆ ਕਿ ਆਪਾਂ ਦੋਨਾਂ ਨੂੰ ਆਪਸ ਦੇ ਵਿੱਚ ਲਿੰਕ ਕਿਵੇਂ ਕੀਤਾ ਆ, ਇੱਕ ਕੰਜੰਕਸ਼ਨ ਦੇ ਨਾਲ although ਕੰਜੰਕਸ਼ਨ ਬਟ ਦੀ ਤਰ੍ਹਾਂ ਵੀ ਯੂਜ਼ ਹੁੰਦੀ ਆ। ਮੈਂ ਇਹਦੇ ਉੱਤੇ ਇੱਕ ਅਲੱਗ ਵੀਡੀਓ ਕੀਤੀ ਆ, ਜਰੂਰ ਦੇਖ ਲਿਓ। ਸੋ ਸਟੂਡੈਂਟ ਇਹ ਸੀਗੇ ਬੇਸਿਕਲੀ ਸਾਡੇ ਐਡਵਰਬ ਕਲੌਜ਼ਸ, ਵੀ ਕਿਵੇਂ ਆਇਡੈਂਟੀਫਾਈ ਕਰਾਂਗੇ, ਅਲੱਗ-ਅਲੱਗ ਕਲੌਜ਼ਸ ਹੁੰਦੇ ਆ, ਕਿਵੇਂ ਇਹਨਾਂ ਨੂੰ ਆਇਡੈਂਟੀਫਾਈ ਕਰਨਾ। ਇਹਦੇ ਉੱਤੇ ਤੁਸੀਂ ਥੋੜੀ ਪ੍ਰੈਕਟਿਸ ਕਰਨੀ ਪੈਣੀ ਹੈ ਤੁਹਾਨੂੰ। ਸੋ ਬੇਸਿਕਲੀ ਇਹ ਸਾਡੇ ਸੀਗੇ ਤਿੰਨੋਂ ਤਰ੍ਹਾਂ ਦੇ ਕਲੌਜ਼ਸ ਜਿਨ੍ਹਾਂ ਨੂੰ ਅੱਜ ਮੈਂ ਕਰਵਾਉਣ ਦੀ ਕੋਸ਼ਿਸ਼ ਕੀਤੀ ਆ।
ਹੁਣ ਆਪਾਂ ਇੱਕ ਐਕਸਰਸਾਈਜ਼ ਕਰਦੇ ਹਾਂ, ਤੁਸੀਂ ਵੀ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਿਓ ਕਿ ਕਿੱਥੇ ਮੈਂ ਕਿਹੜਾ ਕਲੌਜ਼ ਯੂਜ਼ ਕੀਤਾ ਹੋਇਆ। ਸੋ ਲੋ ਸਟੂਡੈਂਟ, ਹੁਣ ਆਪਾਂ ਜਿੰਨਾ ਵੀ ਕੰਮ ਕੀਤਾ ਉਹਦੀ ਐਕਸਰਸਾਈਜ਼ ਸਾਡੇ ਸਾਹਮਣੇ ਹੈਗੀ ਆ। ਕੋਸ਼ਿਸ਼ ਕਰਿਓ ਆਇਡੈਂਟੀਫਾਈ ਕਰਨ ਦੀ ਵੀ ਕਿਹੜਾ ਕਲੌਜ਼ ਹੈਗਾ ਆ। ਬੇਸਿਕਲੀ ਐਡਜੈਕਟਿਵ ਕਲੌਜ਼ਸ ਤੁਹਾਨੂੰ ਪਤਾ ਕਿ ਕਿਸੇ ਪਰਸਨ ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦੇਣਗੇ। ਨਾउन ਕਲੌਜ਼ਸ ਇਨਫੋਰਮੇਸ਼ਨ ਦਿੰਦੇ ਅਬਾਊਟ ਵਟ ਔਰ ਹੂ, ਕੀ ਕਰਨਾ, ਕੀ ਆ ਜਾਂ ਕੌਣ ਹੈਗਾ ਇਹਦੇ ਬਾਰੇ। ਤੇ ਐਡਵਰਬ ਕਲੌਜ਼ ਹਮੇਸ਼ਾ ਉਹਨੂੰ ਆਨਸਰ ਦਿੰਦੇ ਆ ਰੀਜ਼ਨ, ਬਿਕੋਜ਼ ਦੇ ਨਾਲ, ਜਿਵੇਂ ਕਿ ਉਸ ਤੋਂ ਬਾਅਦ ਉਹ ਟਾਈਮ ਦੇ ਬਾਰੇ ਗੱਲ ਕਰਦੇ ਆ ਵੀ ਕਦੋਂ, ਜਾਂ ਪਲੇਸ ਦੇ ਬਾਰੇ ਗੱਲ ਕਰਦੇ ਆ ਕਿੱਥੇ, ਜਾਂ ਫਿਰ ਕਿਸੇ ਮੈਥਡ ਕਿ ਹਾਉ, ਕੁਛ ਨਾ ਕੁਛ ਕਿਵੇਂ ਹੋ ਰਿਹਾ। ਇਹ ਡਿਫਰੈਂਸ ਹੈਗਾ ਨਾ। ਸੋ ਲੈਟਸ ਟੇਕ ਐਨ ਐਗਜ਼ਾਮਪਲ, ਸਟੂਡੈਂਟਸ ਵਾਂਟ ਟੂ ਸਟੱਡੀ ਫਰੋਮ ਯੂ ਬਿਕੋਜ਼ ਯੂ ਟੀਚ ਸੋ ਵੈਲ। ਇਸ ਨੂੰ ਰੋਕ ਕੇ ਤੁਸੀਂ ਦੇਖ ਸਕਦੇ ਆ ਕਿ ਸਟੂਡੈਂਟਸ ਤੁਹਾਡੇ ਤੋਂ ਪੜ੍ਹਨਾ ਚਾਹੁੰਦੇ ਨੇ ਕਿਉਂਕਿ ਤੁਸੀਂ ਵਧੀਆ ਜਾਂ ਬਹੁਤ ਵਧੀਆ ਪੜਾਉਂਦੇ ਹੋ। ਸੋ ਇਹਨੂੰ ਤੁਸੀਂ ਕੋਸ਼ਿਸ਼ ਕਰੋ ਆਇਡੈਂਟੀਫਾਈ ਕਰਨ ਦੀ ਵੀ ਕਿਹੜੀ ਚੀਜ਼ ਦਾ ਆਨਸਰ ਦੇ ਰਹੀ ਆ। ਸੋ ਇੱਥੇ ਕੰਜੰਕਸ਼ਨ ਸਾਡੀ ਬਿਕੋਜ਼ ਲੱਗੀ ਆ, ਤੁਸੀਂ ਇਹਨੂੰ ਦੇਖ ਕੇ ਸ਼ਾਇਦ ਅੰਦਾਜ਼ਾ ਵੀ ਲਗਾ ਸਕਦੇ ਕਿ ਇੱਕ ਐਡਵਰਬ ਕਲੌਜ਼ ਆ। ਬਟ ਬਿਕੋਜ਼ ਦੇ ਲਈ ਕਿਉਂ ਐਡਵਰਬ ਕਲੌਜ਼ ਆ? ਬਿਕੋਜ਼ ਇਟ ਗਿਵਸ ਆਨਸਰ ਵਾਈ। ਇਹ ਸਾਨੂੰ ਆਨਸਰ ਦੇ ਰਿਹਾ ਵਾਈ ਦਾ, ਤੇ ਵਾਈ ਦਾ ਆਨਸਰ ਸਾਨੂੰ ਕਿਹੜਾ ਕਲੌਜ਼ ਦਿੰਦਾ? ਐਡਵਰਬ ਕਲੌਜ਼। ਇਸ ਕਰਕੇ ਆ ਸਟੂਡੈਂਟ ਸਾਡਾ ਐਡਵਰਬ ਕਲੌਜ਼ ਯੂਜ਼ ਹੋਇਆ ਤੇ ਆ ਸਾਡਾ ਇੰਡੀਪੈਂਡੈਂਟ ਕਲੌਜ਼, ਇਹ ਸਾਡਾ ਇੱਕ ਕੰਪਲੈਕਸ ਸੈਂਟੈਂਸ ਯੂਜ਼ ਹੋਇਆ। ਨੈਕਸਟ, Mr. Adam who lives next to your door is a bank manager. Mr. Adam is a bank manager. Mr. Adam ਇੱਕ ਬੈਂਕ ਮੈਨੇਜਰ ਹੈਗਾ। ਬਟ ਆ ਜਿਹੜਾ ਕਲੌਜ਼ ਆ ਇਹ ਸਾਨੂੰ ਕੀ ਦੱਸਦਾ ਪਿਆ? who lives next to your door, ਜਿਹੜਾ ਕਿ ਤੁਹਾਡੇ ਘਰ ਦੇ ਨੇੜੇ ਰਹਿੰਦਾ ਹੈ ਜਾਂ ਤੁਹਾਡੇ ਘਰ ਦੇ ਅਗਲੇ ਡੋਰ ਦੇ ਵਿੱਚ ਰਹਿੰਦਾ ਹੈ। ਸੋ ਆ ਜਿਹੜਾ ਕਲੌਜ਼ ਹੈ ਸਾਨੂੰ ਐਡਮ ਦੇ ਬਾਰੇ ਦੇ ਰਿਹਾ ਸਟੂਡੈਂਟਸ ਐਕਸਟਰਾ ਇਨਫੋਰਮੇਸ਼ਨ। ਤੇ ਜਿਹੜੀ ਚੀਜ਼ ਐਕਸਟਰਾ ਇਨਫੋਰਮੇਸ਼ਨ ਦਿੰਦੀ ਆ ਉਹਨੂੰ ਅਸੀਂ ਸਟੂਡੈਂਟ ਕੀ ਕਹਿੰਦੇ ਆ? ਉਸ ਨੂੰ ਅਸੀਂ ਕਹਿੰਦੇ ਆ ਐਡਜੈਕਟਿਵ ਕਲੌਜ਼। ਸੋ ਇਹ ਸਾਡਾ ਯੂਜ਼ ਹੋਇਆ ਐਡਜੈਕਟਿਵ ਕਲੌਜ਼। ਇਹ ਵੀ ਇੱਕ ਕੰਪਲੈਕਸ ਸੈਂਟੈਂਸ ਆ। ਇਸੇ ਤਰ੍ਹਾਂ ਥਰਡ ਸੈਂਟੈਂਸ ਤੇ ਹੈ ਜੀ, wherever you are going you need to carry your bag। ਤੁਸੀਂ ਜਿੱਥੇ ਕਿਤੇ ਵੀ ਜਾ ਰਹੇ ਹੋ ਤੁਹਾਨੂੰ ਆਪਣਾ ਬੈਗ ਜਿਹੜਾ ਨਾਲ ਲੈ ਕੇ ਜਾਣਾ ਪਵੇਗਾ। ਇਟ ਮੀਨਸ ਕਿ ਆਨਸਰ ਕਿਸ ਚੀਜ਼ ਦਾ ਆ ਰਿਹਾ? ਆਨਸਰ ਸਟੂਡੈਂਟ ਆ ਰਿਹਾ ਵਟ ਦਾ, ਵੀ ਜਦੋਂ ਕਿਤੇ ਆਪਾਂ ਜਾ ਰਹੇ ਹਾਂ ਤੇ then we have to what we have to do, ਕੀ ਕਰਨਾ ਅਸੀਂ ਆਪਣੇ ਬੈਗ ਨੂੰ ਨਾਲ ਲੈ ਕੇ ਜਾਣਾ। ਸੋ ਇਟ ਮੀਨਸ ਕਿ ਵਟ ਦਾ ਆਨਸਰ ਦੇ ਰਿਹਾ ਹੈ। ਸੋ ਇੱਥੇ ਸਾਡਾ ਸਟੂਡੈਂਟ ਜਿਹੜਾ ਯੂਜ਼ ਹੋ ਰਿਹਾ ਆ ਜਿਹੜਾ ਪੂਰਾ ਯੂਜ਼ ਹੋ ਰਿਹਾ, ਇਹ ਯੂਜ਼ ਹੋ ਰਿਹਾ ਐਜ਼ ਏ ਨਾउन ਕਲੌਜ਼ ਕਿ wherever you are going, ਤੁਸੀਂ ਜਿੱਥੇ ਕਿਤੇ ਵੀ ਜਾ ਰਹੇ ਹੋ you need to carry your bag, ਤੁਹਾਨੂੰ ਆਪਣਾ ਬੈਗ ਨਾਲ ਲੈ ਕੇ ਜਾਣ ਦੀ ਜ਼ਰੂਰਤ ਹੈਗਾ। ਸੋ ਕੀ ਕਰਨਾ ਆਪਾਂ? ਅਸੀਂ ਆਪਣੇ ਬੈਗ ਨੂੰ ਨਾਲ ਲੈ ਕੇ ਜਾਣਾ। ਆਨਸਰ ਆ ਰਿਹਾ ਵਟ ਦਾ, ਤੇ ਵਟ ਦਾ ਆਨਸਰ ਦਿੰਦਾ ਨਾउन ਕਲੌਜ਼। ਨੈਕਸਟ, we go for a movie when my brother gets a holiday। ਅਸੀਂ ਮੂਵੀ ਲਈ ਜਾਂਦੇ ਹਾਂ ਜਾਂ ਮੂਵੀ ਦੇਖਣ ਜਾਂਦੇ ਹਾਂ ਜਦੋਂ ਮੇਰੇ ਬ੍ਰਦਰ ਨੂੰ ਇੱਕ ਹੌਲੀਡੇ ਮਿਲਦਾ ਹੈ। ਸੋ ਸਟੂਡੈਂਟ ਇਹਦੇ ਵਿੱਚ ਕੰਜੰਕਸ਼ਨ ਯੂਜ਼ ਹੋਈ ਹੈ when। ਆਨਸਰ ਕਿਸ ਚੀਜ਼ ਦਾ ਆ ਰਿਹਾ? ਟਾਈਮ ਦਾ, ਵੀ ਅਸੀਂ ਮੂਵੀ ਕਦੋਂ ਦੇਖਣ ਜਾਂਦੇ ਹਾਂ? ਅਸੀਂ ਮੂਵੀ ਦੇਖਣ ਜਾਂਦੇ ਹਾਂ ਜਦੋਂ ਮੇਰੇ ਬ੍ਰਦਰ ਨੂੰ ਇੱਕ ਹੌਲੀਡੇ ਮਿਲਦਾ। ਸੋ ਇਟ ਮੀਨਸ ਕਿ ਇਹ ਸਾਨੂੰ ਗੱਲ ਕਰਦਾ ਪਿਆ ਆ ਓਕੇਜ਼ਨ ਦੀ, when ਦੀ, ਤੇ when ਦਾ ਆਨਸਰ ਸਾਨੂੰ ਮਿਲਦਾ ਐਡਵਰਬ ਕਲੌਜ਼ ਦੇ ਵਿੱਚ। ਇਟ ਮੀਨਸ ਕਿ ਇਹ ਸਾਡਾ ਇੱਕ ਐਡਵਰਬ ਕਲੌਜ਼ ਯੂਜ਼ ਹੋ ਰਿਹਾ, ਇਹ ਸਾਡਾ ਮੇਨ ਕਲੌਜ਼ ਆ, ਦੋਨਾਂ ਨੂੰ ਜੋੜ ਕੇ ਇੱਕ ਕੰਪਲੈਕਸ ਸੈਂਟੈਂਸ ਬਣਦਾ ਪਿਆ। ਇਸੇ ਤਰ੍ਹਾਂ ਨੈਕਸਟ, I have lost the pen which you gifted me on my birthday। ਸੋ ਮੈਂ ਉਹ ਪੈਨ ਗਵਾ ਲਿਆ ਹੈ ਜਿਹੜਾ ਤੁਸੀਂ ਮੈਨੂੰ ਮੇਰੇ ਬਰਥਡੇ ਤੇ ਗਿਫਟ ਦਿੱਤਾ ਸੀਗਾ। ਸੋ ਆ ਜਿਹੜਾ ਕਲੌਜ਼ ਹੈ ਸਟੂਡੈਂਟ ਕਿਹਦੇ ਬਾਰੇ ਦੱਸ ਰਿਹਾ ਸਾਨੂੰ? ਇਹ ਦੱਸਦਾ ਪਿਆ ਆ ਐਸ ਪੈਨ ਦੇ ਬਾਰੇ ਦੇ ਵਿੱਚ ਜਿਹੜਾ ਪੈਨ ਮੇਰਾ ਗਵਾ ਚੁੱਕਿਆ। ਇਟ ਮੀਨਸ ਕਿ ਇਟ ਇਜ਼ ਗਿਵਿੰਗ ਐਕਸਟਰਾ ਇਨਫੋਰਮੇਸ਼ਨ ਅਬਾਊਟ ਦਾ ਪੈਨ। ਸੋ ਕਿਸੇ ਚੀਜ਼ ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦੇਣ ਵਾਲੇ ਕਲੌਜ਼ ਨੂੰ ਆਪਾਂ ਕੀ ਕਹਿੰਦੇ ਆ? ਐਡਜੈਕਟਿਵ ਕਲੌਜ਼। ਸੋ ਅਗੇਨ ਅਸੀਂ ਇੱਥੇ ਜਿਹੜਾ ਐਡਜੈਕਟਿਵ ਕਲੌਜ਼ ਯੂਜ਼ ਕੀਤਾ ਹੋਇਆ। ਲਾਸਟ ਬਟ ਨਾਟ ਲੀਸਟ, ਅਗੇਨ ਇੱਕ ਸੈਂਟੈਂਸ ਹੈਗਾ, whoever is confused can call me for clarification। ਸੋ ਜੇਕਰ ਕੋਈ ਵੀ ਕਨਫਿਊਜ਼ ਹੈਗਾ ਜਾਂ ਜੋ ਵੀ ਕਨਫਿਊਜ਼ ਹੈ can call me for clarification, ਉਹ ਮੈਨੂੰ ਕਲੈਰੀਫਿਕੇਸ਼ਨ ਦੇ ਲਈ ਕਾਲ ਕਰ ਸਕਦਾ ਹੈ ਜਾਂ WhatsApp ਕਰ ਸਕਦਾ ਹੈ। ਸੋ ਇਸ ਕਲੌਜ਼ ਨੂੰ ਪਹਿਲਾਂ ਸਮਝ ਲਈਏ, ਬਾਕੀ ਗੱਲ ਤੇ ਬਾਅਦ ਚ ਆਉਂਦੇ ਆ ਕਿ who can call me, ਮੈਨੂੰ ਕਾਲ ਕੌਣ ਕਰ ਸਕਦਾ ਹੈ? whoever is confused। ਸੋ ਸਬਜੈਕਟ ਐਂਡ ਵਰਬ। ਸੋ ਜਿਹੜਾ ਵੀ ਕਨਫਿਊਜ਼ਡ ਆ ਉਹ ਮੈਨੂੰ ਕਾਲ ਕਰ ਸਕਦਾ। ਇਟ ਮੀਨਸ ਕੀ ਕਰ ਸਕਦਾ? ਜੇਕਰ ਕੋਈ ਕਨਫਿਊਜ਼ ਆ ਮੈਨੂੰ ਕਾਲ ਕਰ ਸਕਦਾ। ਆਨਸਰ ਕਿਸ ਚੀਜ਼ ਦਾ ਆ ਰਿਹਾ ਸਟੂਡੈਂਟ? ਵਟ ਦਾ, ਬਟ ਵੀ ਹੈਵ ਟੂ ਡੂ। ਸੋ ਦਿਸ ਇਜ਼ ਅਗੇਨ ਅ ਨਾउन ਕਲੌਜ਼। ਇੱਕ ਨਾउन ਕਲੌਜ਼ ਯੂਜ਼ ਹੋ ਰਿਹਾ ਤੇ ਉਹਦੇ ਲਈ ਸਾਡਾ ਇੱਧਰ ਇੱਕ ਹੋਰ ਕਲੌਜ਼ ਜਿਹੜਾ ਮੇਨ ਕਲੌਜ਼ ਲੱਗਿਆ ਹੋਇਆ। ਸੋ ਇਸ ਤਰੀਕੇ ਨਾਲ ਸਟੂਡੈਂਟ ਕਲੌਜ਼ਸ ਕਰਨੇ ਆ। ਹੋਪ ਆ ਕਿ ਤੁਹਾਨੂੰ ਕਾਫੀ ਹੱਦ ਤੱਕ ਕਲੌਜ਼ਸ ਦੇ ਬਾਰੇ ਕਲੈਰੀਫਿਕੇਸ਼ਨ ਹੋਊਗੀ, ਟਾਈਪਸ ਕੀ ਹੈਗੀਆਂ, ਕਿਵੇਂ ਯੂਜ਼ ਕਰਨਾ। ਸੈਪਰੇਟ ਵੀਡੀਓਜ਼ ਵੀ ਕੀਤੀਆਂ ਹੋਈਆਂ ਮੈਂ ਅਲੱਗ-ਅਲੱਗ ਕਲੌਜ਼ਸ ਦੇ ਉੱਤੇ, ਉਹ ਵੀ ਜਰੂਰ ਦੇਖਿਓ, ਡਿਟੇਲ ਦੇ ਵਿੱਚ ਆ। ਇਹ ਵੀਡੀਓ ਕਾਫੀ ਵੱਡੀ ਹੋ ਗਈ ਆ, ਤੁਸੀਂ ਫਾਸਟ ਕਰਕੇ ਇਹਨੂੰ ਦੇਖ ਸਕਦੇ ਹੋ। ਸੋ ਸਟੂਡੈਂਟ ਫਾਈਨਲੀ ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਜਰੂਰ ਕਰ ਦਿਓ ਐਂਡ ਬਾਕੀ ਨਾਲ ਵੀ ਸ਼ੇਅਰ ਕਰ ਦਿਓ।
and important thing, don't forget to subscribe my channel for all these kind of stuff. And if you want to improve your IELTS writing and reading, then definitely subscribe my channel and press the bell icon, ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਆਉਣ ਵਾਲੀ ਦੀ ਜਿਹੜੀ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਔਰ ਤੁਸੀਂ ਆਪਣਾ ਗ੍ਰਾਮਰ ਨੂੰ ਵਧੀਆ ਤਰੀਕੇ ਨਾਲ ਸਮਝ ਸਕੋ। ਸੋ ਸਟੂਡੈਂਟਸ, ਇਹ ਸੀਗਾ ਸਾਡੇ ਅੱਜ ਦੇ ਕਲੋਜ਼। ਥੈਂਕ ਯੂ।